तो टॉपिक अपना बच्चों है नॉन वर्बल क्लासिफिकेशन। ठीक है, ਇਹਦੇ ਵਿੱਚ ਅਸੀਂ ਕਿਵੇਂ ਦੇ ਸਾਨੂੰ ਕੁਐਸਚਨ ਆਣਗੇ, ਕੀ ਅਸੀਂ ਉਹਨਾਂ ਦੇ ਵਿੱਚ ਕਰਨਾ ਹੈ, ਉਹ ਸਾਰਾ ਪ੍ਰੋਸੈਸ ਜਿਹੜਾ ਆਪਾਂ ਇਸ ਕਲਾਸ ਦੇ ਵਿੱਚ ਡਿਸਕਸ ਕਰਾਂਗੇ। ਠੀਕ ਹੈ, ਹਾਂਜੀ ਪ੍ਰੋਸੈਸ ਸਾਰਾ ਜਿਹੜਾ ਇੰਗਲਿਸ਼ ਦੇ ਵਿੱਚ ਕੁਐਸਚਨ ਜਿਹੜੇ ਇੰਗਲਿਸ਼ ਦੇ ਵਿੱਚ ਨੇ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਨਾਲ ਨਾਲ ਐਕਸਪਲੇਨ ਕਰਾਂਗਾ ਹਰ ਇੱਕ ਚੀਜ਼, ਤੇ ਉਹਨੂੰ ਸਮਝ ਕੇ ਜਿੱਥੇ ਮੈਂ ਕੁਐਸਚਨ ਆਨਸਰ ਪੁੱਛਾਂਗਾ ਤੁਹਾਡੇ ਕੋਲ ਤੁਸੀਂ ਆਨਸਰ ਦੇਣ ਦੀ ਕੋਸ਼ਿਸ਼ ਜਿਹੜੀ ਉਹ ਕਰਨੀ ਹੈ ਜ਼ਰੂਰ। ਠੀਕ ਹੈ, in these type of question 5 figures numbered 1 2 3 4 are given। ठीक है, ਤੁਹਾਨੂੰ ਪੰਜ ਜਿਹੜੀਆਂ ਫਿਗਰਸ ਨੇ ਉਹ ਦਿੱਤੀਆਂ ਹੋਣਗੀਆਂ, ਪੰਜ ਵੀ ਹੋ ਸਕਦੀਆਂ ਕਿਤੀਆਂ, ਚਾਰ ਵੀ ਹੋ ਸਕਦੀਆਂ ਕਿਸੇ ਕੁਐਸਚਨ ਦੇ ਵਿੱਚ। these are treated both as problem figures as well as the answer figure। ਠੀਕ ਹੈ, ਉਹਦੇ ਵਿੱਚ ਉਹਦੇ ਉਹ ਫਿਗਰਸ ਦੇ ਵਿੱਚੋਂ ਹੀ ਇੱਕ ਫਿਗਰ ਹੈ ਜਿਹੜੀ ਉਹ ਸਾਡਾ ਕੁਐਸਚਨ ਦਾ ਆਨਸਰ ਹੋਏਗੀ। ਠੀਕ ਹੈ, 4 out of these 5 figures are related to each other by the way of having some common characteristics and so form a group। ਜਿਹੜੀਆਂ ਫਿਗਰ ਸਾਨੂੰ ਦਿੱਤੀਆਂ ਹੋਣਗੀਆਂ, ਜਿਵੇਂ ਤੁਸੀਂ ਇਹ ਕੁਐਸਚਨ ਦੇਖ ਸਕਦੇ ਹੋਗੇ, ਕੁਐਸਚਨ ਦੇ ਵਿੱਚ ਸਾਡੇ ਕੋਲ ਇੱਥੇ 5 ਫਿਗਰਸ ਹੈਗੀਆਂ ਨੇ, ਪੰਜ ਕਿਰਤੀਆਂ ਦਿੱਤੀਆਂ ਹੋਈਆਂ ਨੇ, 1 2 3 4 ਤੇ 5। ਇਹਨਾਂ ਦੇ ਵਿੱਚੋਂ ਕੋਈ ਚਾਰ ਨੇ ਜਿਹੜੀਆਂ ਉਹ ਆਪਸ ਦੇ ਵਿੱਚ ਕੋਈ ਨਾ ਕੋਈ ਸੰਬੰਧ, ਕੋਈ ਨਾ ਕੋਈ ਰਿਲੇਸ਼ਨ ਬਣਾਉਣਗੀਆਂ, ਤੇ ਇੱਕ ਫਿਗਰ ਇਹਦੇ ਵਿੱਚੋਂ ਐਸੀ ਹੋਏਗੀ ਜਿਹੜੀ ਬਾਕੀਆਂ ਦੇ ਨਾਲ ਨਹੀਂ ਮੇਲ ਖਾਂਦੀ ਹੋਏਗੀ, ਉਹ ਅਸੀਂ ਆਇਡੈਂਟੀਫਾਈ ਕਰਨੀ ਹੈ। ਠੀਕ ਹੈ, ਉਹਨੂੰ ਅਸੀਂ ਲੱਭਣਾ ਹੈ, ਉਹੀ ਸਾਡਾ ਸਵਾਲ ਦਾ ਜਿਹੜਾ ਉੱਤਰ ਹੋਏਗਾ। ਇਸ ਤਰ੍ਹਾਂ ਦੇ ਕੁਐਸਚਨਸ ਤੁਸੀਂ ਦੇਖ ਸਕਦੇ ਹੋ, ਅੱਗੇ ਬਹੁਤ ਸਾਰੇ ਹੈਗੇ ਨੇ ਜਿਹੜੇ ਆਪਾਂ ਅੱਜ ਦੀ ਕਲਾਸ ਦੇ ਵਿੱਚ ਕਰਾਂਗੇ। ਠੀਕ ਹੈ, out of these 5 you have to identify one figure which does not belong to the group, hence the problems are of odd man out type। ਠੀਕ ਹੈ, तो ਚਾਰ ਜਾਂ ਪੰਜ ਫਿਗਰ ਜਿਹੜੀਆਂ ਸਾਨੂੰ ਦਿੱਤੀਆਂ ਹੋਈਆਂ, ਉਹਦੇ ਵਿੱਚੋਂ ਕਿਹੜੀ ਫਿਗਰ ਹੈ ਜਿਹੜੀ ਬਾਕੀ ਚਾਰ ਦੇ ਗਰੁੱਪ ਦੇ ਵਿੱਚ ਨਹੀਂ ਰਲਦੀ, ਉਹ ਅਸੀਂ ਪਛਾਣਨੀ ਹੈ ਤੇ ਉਹਨੂੰ ਲੱਭਣਾ ਹੈ, ਉਹੀ ਸਾਡਾ ਆਨਸਰ ਹੋਏਗਾ। तो ਇੱਕ ਤਰ੍ਹਾਂ ਦੇ ਨਾਲ odd man out ਟਾਈਪ ਦੇ ਕੁਐਸਚਨ ਹੈ ਇਹ। odd man out ਦਾ ਮਤਲਬ ਹੁੰਦਾ ਹੈ ਕਿ ਜੋ ਵੀ ਗਰੁੱਪ ਹੈ ਉਹਦੇ ਵਿੱਚੋਂ ਜਿਹੜਾ ਸਭ ਤੋਂ ਡਿਫਰੈਂਟ ਹੈ ਉਹਨੂੰ ਬਾਹਰ ਕੱਢ ਦੇਣਾ ਸੀ, ਉਹੀ ਸਾਡਾ ਆਨਸਰ ਹੋਏਗਾ ਜਿਹਨੂੰ ਅਸੀਂ ਬਾਹਰ ਕੱਢਾਂਗੇ। ਹਾਂਜੀ ਬੱਚੇ, ਜੋ ਮੈਂ ਹੁਣ ਸਮਝਾਇਆ ਇਹ ਸਾਰੀ ਚੀਜ਼ ਤੁਹਾਨੂੰ ਕਲੀਅਰ ਹੋ ਗਈ ਹੈ, ਸਮਝ ਆ ਗਈ ਹੈ? ਬਾਕੀ ਜਦੋਂ ਕੁਐਸਚਨਸ ਕਰਾਂਗੇ ਫਿਰ ਆਪਾਂ ਹੋਰ ਦੇਖਾਂਗੇ। ਇੱਕ ਵਾਰ ਮੈਨੂੰ ਯੈਸ ਕਰ ਦਿਓ। Yes, sir. Yes, sir. Yes, sir. ਠੀਕ ਹੈ, ਵੈਰੀ ਗੁੱਡ। ਜਿੱਥੇ ਵੀ ਕਿਸੇ ਨੂੰ ਕੋਈ ਡਾਊਟ ਹੈ, ਕੋਈ ਚੀਜ਼ ਪੁੱਛਣੀ ਹੈ ਤਾਂ ਆਪਣਾ ਮਾਈਕ ਔਨ ਕਰਕੇ ਤੁਸੀਂ ਪੁੱਛ ਸਕਦੇ ਹੋ। ਠੀਕ ਹੈ, ਅਦਰਵਾਈਜ਼ ਮਾਈਕ ਆਪਣਾ ਬੰਦ ਰੱਖਣਾ ਹੈ। ਠੀਕ ਹੈ ਬੱਚੇ, ਤੋਂ ਸਭ ਤੋਂ ਪਹਿਲਾਂ ਸਾਡੇ ਕੋਲ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਤੇ 5 ਫਿਗਰਸ ਜਿਹੜੀਆਂ ਦਿੱਤੀਆਂ ਹੋਈਆਂ ਨੇ। ਇਹ ਜਿਹੜਾ ਇੱਕ ਬਾਕਸ ਹੈ ਇਹਦੇ ਵਿੱਚ ਜਿਹੜੀ ਇਹ ਫਿਗਰ ਬਣੀ ਹੋਈ ਹੈ ਇਹਨੂੰ ਅਸੀਂ ਇੱਕ ਆਕ੍ਰਿਤੀ, ਇੱਕ ਫਿਗਰ ਗਿਣਦੇ ਹਾਂ। ਠੀਕ ਹੈ, ਇਹਦੇ ਵਿੱਚ ਤੁਸੀਂ ਦੇਖੋ ਇੱਕ ਐਰੋ ਬਣਿਆ ਹੋਇਆ ਸਾਡੇ ਕੋਲ, ਇੱਕ ਇਹ ਲਾਈਨ ਬਣੀ ਹੋਈ ਹੈ, ਇੱਕ ਇਹ ਮਾਚਿਸ ਦੀ ਤੀਲੀ ਜੀ ਬਣੀ ਹੋਈ ਹੈ। ਠੀਕ ਹੈ, ਚੂਜ਼ ਦ ਫਿਗਰ ਵਿਚ ਇਜ਼ ਡਿਫਰੈਂਟ ਫਰੋਮ ਦ ਅਦਰਸ। ਇਹਦੇ ਵਿੱਚੋਂ ਉਹ ਫਿਗਰ ਚੂਜ਼ ਕਰੋ ਜਿਹੜੀ ਕਿ ਬਾਕੀਆਂ ਦੇ ਨਾਲੋਂ ਡਿਫਰੈਂਟ ਹੈ। ਹੁਣ ਇਹਦੇ ਵਿੱਚ ਚਲੋ ਸਟਾਰਟਿੰਗ ਦੇ ਵਿੱਚ ਇੱਕ ਦੋ ਕੁਐਸਚਨ ਤੁਹਾਨੂੰ ਮੈਂ ਦੱਸਦਾ ਕਿਵੇਂ ਕਰਨੇ ਆ, ਬਾਕੀ ਫਿਰ ਉਸ ਤੋਂ ਬਾਅਦ ਤੁਸੀਂ ਕਰਨੇ ਨੇ। ਅਗਰ ਤੁਸੀਂ ਸਾਰੀਆਂ ਫਿਗਰਸ ਨੂੰ ਧਿਆਨ ਦੇ ਨਾਲ ਦੇਖੋ ਤਾਂ ਜਿਹੜਾ ਐਰੋ ਹੈ ਸਾਡੇ ਕੋਲ ਇਹਦੇ ਵਿੱਚ, ਇਹ ਦੋ ਐਰੋਜ਼ ਨੇ, ਇਹ ਦੋਨਾਂ ਦੀ ਜਿਹੜੀ ਡਾਇਰੈਕਸ਼ਨ ਹੈ ਆਪੋਜ਼ਿਟ ਹੈ ਨਾ। ਇੱਕ ਐਰੋ ਦਾ ਫੇਸ ਹੈ ਜਿਹੜਾ ਉੱਪਰ ਵੱਲ ਨੂੰ ਹੈ, ਦੂਸਰੇ ਦਾ ਨੀਚੇ ਵੱਲ ਨੂੰ ਹੈ। ਠੀਕ ਹੈ ਨਾ? Yes, sir. ਹਾਂ, ਇਸੇ ਤਰ੍ਹਾਂ ਸੈਕਿੰਡ ਫਿਗਰ ਦੇ ਵਿੱਚ ਵੀ ਸਾਡੇ ਕੋਲ ਜਿਹੜੀ ਡਾਇਰੈਕਸ਼ਨ ਹੈ ਐਰੋਜ਼ ਦੀ ਉਹ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਹੈ। ਠੀਕ ਹੈ, ਥਰਡ ਦੇ ਵਿੱਚ ਦੋਨੋਂ ਐਰੋਜ਼ ਇੱਕੋ ਸਾਈਡ ਨੇ, ਫੋਰਥ ਦੇ ਵਿੱਚ ਫਿਰ ਇੱਕ ਐਰੋ ਨੀਚੇ ਨੂੰ ਹੈ, ਦੂਸਰਾ ਐਰੋ ਉੱਪਰ ਨੂੰ ਹੈ, ਫਿਫਥ ਦੇ ਵਿੱਚ ਫਿਰ ਇੱਕ ਐਰੋ ਅਪ ਸਾਈਡ ਹੈ ਤੇ ਦੂਸਰਾ ਐਰੋ ਜਿਹੜਾ ਉਹ ਸਾਡੇ ਕੋਲ ਡਾਊਨ ਸਾਈਡ ਹੈ। ਤਾਂ ਤੁਸੀਂ ਧਿਆਨ ਦਿੱਤਾ ਹੋਏਗਾ ਕਿ ਜਿਹੜੀ ਥਰਡ ਫਿਗਰ ਹੈ ਇਹ ਡਿਫਰੈਂਟ ਹੈ। ਇਹਦੇ ਵਿੱਚ ਸਾਡੇ ਕੋਲ ਦੋਨੋਂ ਐਰੋਜ਼ ਦੀ ਜਿਹੜੀ ਡਾਇਰੈਕਸ਼ਨ ਹੈ ਉਹ ਅਪਵਰਡ ਡਾਇਰੈਕਸ਼ਨ ਹੈ। ਠੀਕ ਹੈ ਨਾ? तो ਇਹ ਪੰਜਾਂ ਫਿਗਰਸ ਦੇ ਵਿੱਚੋਂ ਜਿਹੜੇ ਚਾਰ ਨੇ, ਜਿਹੜਾ ਆਪਣੇ ਕੋਲ ਨੰਬਰ 1 ਹੈ, ਨੰਬਰ 2 ਹੈ, ਨੰਬਰ 4 ਹੈ ਤੇ ਨੰਬਰ 5 ਹੈ, ਇਹ ਇੱਕ ਗਰੁੱਪ ਦੇ ਵਿੱਚ ਆ ਜਾਣਗੇ। ਠੀਕ ਹੈ, ਬਟ ਜਿਹੜਾ ਇਹ ਥਰਡ ਹੈ ਇਹ ਸਾਡੇ ਕੋਲ ਇਸ ਕੁਐਸਚਨ ਦੇ ਵਿੱਚ ਔਡ ਮੈਨ ਹੈ, ਇਹ ਪੂਰੇ ਗਰੁੱਪ ਦੇ ਵਿੱਚ ਨਹੀਂ ਰਲ ਰਿਹਾ। ਤਾਂ ਇਹ ਫਿਗਰ ਜਿਹੜਾ ਸਾਡੇ ਕੋਲ ਆਨਸਰ ਹੈ, ਤਾਂ ਇਸ ਕੁਐਸਚਨ ਦਾ ਜਿਹੜਾ ਆਨਸਰ ਹੈ ਆਪਣੇ ਕੋਲ ਕੀ ਹੋ ਜਾਏਗਾ? ਆਪਸ਼ਨ 3। ਹਾਂਜੀ ਬੱਚੇ, ਸਮਝ ਗਏ ਸਾਰੇ? Yes, sir. Yes, sir. ਵੈਰੀ ਗੁੱਡ। ਇਸੇ ਢੰਗ ਦੇ ਨਾਲ ਆਪਾਂ ਬਾਕੀ ਸਾਰੇ ਕੁਐਸਚਨਸ ਵੀ ਕਰਦੇ ਜਾਵਾਂਗੇ। ਹੁਣ ਇਸ ਤੋਂ ਬਾਅਦ ਨੈਕਸਟ ਕੁਐਸਚਨ ਦੇਖੋ ਆਪਣੇ ਕੋਲ, ਚੂਜ਼ ਦ ਫਿਗਰ ਵਿਚ ਇਜ਼ ਡਿਫਰੈਂਟ ਫਰੋਮ ਦ ਅਦਰਸ। ਇਹਦੇ ਵਿੱਚ ਸਾਡੇ ਕੋਲ ਪੰਜ ਫਿਗਰਸ ਜਿਹੜੀਆਂ ਦਿੱਤੀਆਂ ਹੋਈਆਂ ਨੇ ਤੇ ਪੰਜਾਂ ਦੇ ਵਿੱਚੋਂ ਇੱਕ ਜਿਹੜੀ ਅਲੱਗ ਹੈ ਉਹ ਅਸੀਂ ਇਹਦੇ ਵਿੱਚੋਂ ਪਛਾਣਨੀ ਹੈ ਕਿਹੜੀ ਅਲੱਗ ਹੈ। ਦੱਸੋ ਇਹ 5 ਫਿਗਰਸ ਦੇ ਵਿੱਚੋਂ ਕਿਹੜੀ ਫਿਗਰ ਹੈ ਜਿਹੜੀ ਕਿ ਬਾਕੀਆਂ ਦੇ ਨਾਲ ਨਹੀਂ ਰਲਦੀ, ਉਹਨੂੰ ਆਪਾਂ ਕਿਵੇਂ ਪਛਾਣ ਸਕਦੇ? ਜੀ ਪੰਜਵੀਂ ਨਹੀਂ ਰਲਦੀ, ਕਿਉਂ? ਕਾਰਨ ਉਹਦਾ ਜੀ ਐਰੋ ਦੇ ਜੀ ਇੱਧਰ ਐਰੋ ਦੇ ਜੀ ਇੱਧਰਲੇ ਪਾਸੇ ਆ ਜੀ,
ਉਹ ਇੱਕ ਡੱਬਾ ਛੱਡ ਕੇ ਆ ਜੀ। ਜੀ ਆ ਨਾਲ ਵਾ ਵੈਰੀ ਗੁੱਡ। ਕੌਣ ਹੈ ਬੱਚਾ? ਆਪਣਾ ਨਾਮ ਦੱਸੋ ਬੱਚੇ। ਜੀ। ਤਰਨਜੀਤ ਸਕੂਲ? ਜੀ। ਕਾਮਾ ਜੀ। ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਮਾ। ਹਾਂ, ਪਿੰਡ ਦਾ ਨਾਮ ਦੱਸ ਦਿਓ, ਬਹੁਤ ਹੈ। ਚਲੋ ਠੀਕ ਹੈ, ਵੈਰੀ ਗੁੱਡ। ਹੁਣ ਤੁਸੀਂ ਬੱਚੇ ਸਾਰੇ ਦੇਖੋ ਜੋ ਆਪਾਂ ਨੂੰ ਤਰਨਜੀਤ ਨੇ ਦੱਸਿਆ ਹੈ। ਜਿਹੜੀ ਇਹ ਵਾਲੀ ਫਿਗਰ ਹੈ ਇਹਦੇ ਵਿੱਚ ਐਰੋ ਤੇ ਇਹ ਜਿਹੜਾ ਪੋਰਸ਼ਨ ਸ਼ੇਡ ਕੀਤਾ ਹੋਇਆ ਹੈ, ਆ ਸ਼ੇਡ ਕੀਤਾ ਪੋਰਸ਼ਨ ਦੇਖ ਸਕਦੇ ਹੋ ਨਾ, ਜਿਹੜਾ ਡਾਰਕ ਹੈ ਥੋੜਾ ਜਿਹਾ, ਇਹ ਵਾਲੀ ਟ੍ਰਾਇੰਗਲ, ਇਹਦੇ ਵਿੱਚ ਤੇ ਐਰੋ ਦੇ ਵਿੱਚ ਵਿਚਕਾਰ ਕਿੰਨੇ ਬਾਕਸ ਖਾਲੀ ਹੈ? 1 ਤੇ 2। स्क्रीन शो नहीं हो रही। ਸਕਰੀਨ ਸ਼ੋ ਨਹੀਂ ਹੋ ਰਹੀ ਤੇ ਲੈਫਟ ਕਰਕੇ ਦੁਬਾਰਾ ਜੁਆਇਨ ਕਰ ਲਓ ਬੱਚੇ। ਸਕਰੀਨ ਬਾਕੀ ਬੱਚਿਆਂ ਨੂੰ ਆ ਰਹੀ ਹੈ ਨਾ? ਸਾਰਿਆਂ ਨੂੰ हाँ जी ਹਾਂਜੀ। ਆ ਰਹੀ ਹੈ। तो अगर किसी बच्चे ਨੂੰ ਸਕਰੀਨ ਕਿਤੇ ਸ਼ੋ ਹੋਣੀ ਬੰਦ ਹੋ ਜਾਂਦੀ ਹੈ ਤਾਂ ਲੈਫਟ ਕਰਕੇ ਦੁਬਾਰਾ ਜੁਆਇਨ ਕਰ ਲਓ, ਸਕਰੀਨ ਅਪੀਅਰ ਹੋ ਜਾਏਗੀ। ਠੀਕ ਹੈ। ਦੂਸਰੀ ਜਿਹੜੀ ਡਾਇਗਰਾਮ ਹੈ ਇਹਦੇ ਵਿੱਚ ਵੀ ਦੇਖੋ, ਇਹ ਜਿਹੜੀ ਸਾਡੇ ਕੋਲ ਜਾਲੀ ਜੀ ਬਣੀ ਹੋਈ ਹੈ, ਡਾਰਕ ਹੈ ਫਿਗਰ, ਇਹਦੇ ਵਿੱਚ ਤੇ ਐਰੋ ਦੇ ਵਿੱਚ ਦੋ ਆਪਣੇ ਕੋਲ ਜਿਹੜੀਆਂ ਟ੍ਰਾਇੰਗਲਸ ਹੈਗੀਆਂ ਨੇ। ਠੀਕ ਹੈ। ਥਰਡ ਦੇ ਵਿੱਚ ਵੀ ਇਸੇ ਢੰਗ ਦੇ ਨਾਲ ਹੈ, ਐਰੋ ਤੇ ਇਸ ਫਿਗਰ ਦੇ ਵਿੱਚ ਦੋ ਟ੍ਰਾਇੰਗਲਸ ਹੈਗੀਆਂ ਨੇ। ਥਰਡ ਦੇ ਵਿੱਚ ਵੀ, ਫੋਰਥ ਦੇ ਵਿੱਚ ਵੀ ਇਸੇ ਢੰਗ ਦੇ ਨਾਲ ਹੈ। ਬਟ ਪੰਜਵਾਂ ਜਿਹੜਾ ਆਪਣੇ ਕੋਲ ਪੰਜਵੀਂ ਫਿਗਰ ਹੈ, ਪੰਜਵੀਂ ਆਕ੍ਰਿਤੀ ਹੈ, ਇਹਦੇ ਵਿੱਚ ਇੱਥੇ ਸਿਰਫ ਇੱਕ ਡਾਇਗਰਾਮ ਹੈ, ਆਪਣੇ ਕੋਲ ਇੱਕ ਟ੍ਰਾਇੰਗਲ ਬਚਦੀ ਹੈ ਇਸ ਡਾਰਕ ਟ੍ਰਾਇੰਗਲ ਦੇ ਵਿੱਚ ਤੇ ਇਹ ਵਾਲੇ ਐਰੋ ਦੇ ਵਿੱਚ। ਠੀਕ ਹੈ। ਤਾਂ ਇਹਦੇ ਵਿੱਚ ਜਿਹੜਾ ਸਾਡੇ ਕੋਲ ਆਨਸਰ ਹੈ ਉਹ ਕੀ ਹੋ ਜਾਏਗਾ? ਨੰਬਰ 5। ਠੀਕ ਹੈ ਬੱਚੇ, ਸਮਝ ਗਏ ਸਾਰੇ? ਜੀ ਹਾਂਜੀ। यस सर। ਗੁੱਡ ਯੈਸ ਸਰ। ਗੁੱਡ। ਯੈਸ ਸਰ। ਹਾਂਜੀ, ਨੈਕਸਟ ਕੁਐਸਚਨ ਦੇਖੋ ਫਿਰ। ਚੂਜ਼ ਦ ਫਿਗਰ ਵਿਚ ਇਜ਼ ਡਿਫਰੈਂਟ ਫਰਮ ਦ ਅਦਰਸ। ਕੋਸ਼ਿਸ਼ ਕਰੋ ਇਹਦੇ ਵਿੱਚੋਂ ਲੱਭਣ ਦੀ ਕਿ ਕਿਹੜੀ ਫਿਗਰ ਹੈ ਜਿਹੜੀ ਇਹਦੇ ਵਿੱਚੋਂ ਬਾਕੀਆਂ ਦੇ ਨਾਲੋਂ ਡਿਫਰੈਂਟ ਹੈ। ਔਰ ਉਹ ਜਿਹੜਾ ਡਿਫਰੈਂਸ ਹੈ ਉਹ ਸਿਰਫ ਇੱਕ ਦੇ ਵਿੱਚ ਹੀ ਹੋਣਾ ਚਾਹੀਦਾ ਹੈ, ਬਾਕੀਆਂ ਦੇ ਵਿੱਚ ਨਹੀਂ ਹੋਣਾ ਚਾਹੀਦਾ। ਚਲੋ ਮੈਂ ਦੱਸਦਾ। ਜਿਹੜੀ ਇਹ ਸਾਡੇ ਕੋਲ ਐਲ ਸ਼ੇਪ ਨਹੀਂ ਬਣੀ ਹੋਈ ਛੋਟੀ ਜੀ, ਇਹ ਵਾਲੀ ਇਸ ਢੰਗ ਦੇ ਨਾਲ ਦੇਖ ਰਹੇ ਹੋ? हाँ जी सर। ਜੀ ਹਾਂਜੀ। ਇਹਦੇ ਵਿੱਚ ਦੇਖੋ ਤੁਸੀਂ, ਫਰਸਟ ਫਿਗਰ ਦੇ ਵਿੱਚ ਇਹਦੀ ਜਿਹੜੀ ਡਾਇਰੈਕਸ਼ਨ ਹੈ ਉਹ ਇਸ ਸਾਈਡ ਨੂੰ ਹੈ, ਸੈਕਿੰਡ ਦੇ ਵਿੱਚ ਵੀ ਇਹਦੀ ਡਾਇਰੈਕਸ਼ਨ ਇਸ ਸਾਈਡ ਨੂੰ ਹੈ, ਥਰਡ ਦੇ ਵਿੱਚ ਇਹਦੀ ਡਾਇਰੈਕਸ਼ਨ ਇਸ ਸਾਈਡ ਨੂੰ ਹੈ, ਫੋਰਥ ਦੇ ਵਿੱਚ ਫਿਰ ਇਸ ਸਾਈਡ ਨੂੰ ਹੈ, ਫਿਫਥ ਦੇ ਵਿੱਚ ਫਿਰ ਇਸ ਸਾਈਡ ਨੂੰ ਹੈ। तो ਕਿਹੜਾ ਡਿਫਰੈਂਟ ਹੋ ਗਿਆ? ਜੀ। ਤੀਸਰੀ। ਹਾਂਜੀ ਠੀਕ ਹੈ। ਤਾਂ ਇਹਦੇ ਵਿੱਚ ਜਿਹੜਾ ਆਨਸਰ ਹੈ ਆਪਣੇ ਕੋਲ ਉਹ ਕੀ ਹੋ ਗਿਆ? ਥਰਡ ਹੋ ਗਿਆ। ਤੀਸਰਾ ਕਿਵੇਂ ਆਇਆ, ਸਮਝ ਆ ਗਈ ਸਾਰਿਆਂ ਨੂੰ? हाँ जी सर। ਇਹਦੇ ਕਿਸੇ ਬੱਚੇ ਦੇ ਦਿਮਾਗ 'ਚ ਇਹ ਵੀ ਆ ਸਕਦਾ ਹੈ ਕਿ ਜਿਹੜੀ ਤੀਲੀ ਜੀ ਬਣੀ ਹੋਈ ਹੈ ਆਪਣੇ ਕੋਲ, ਮਾਚਿਸ ਦੀ ਤੀਲੀ ਇਸ ਢੰਗ ਦੇ ਨਾਲ ਹੈ ਨਾ, ਕਿ ਸਟ੍ਰੇਟ ਲਾਈਨ ਹੈ, ਉੱਪਰ ਸਾਡੇ ਕੋਲ ਛੋਟਾ ਜਿਹਾ ਡਾਟ ਹੈ। ਤੋ ਇਹਦੇ ਵਿੱਚ ਦੇਖੋ, ਇਹਦਾ ਮੂੰਹ ਉੱਪਰ ਨੂੰ ਹੈ, ਇਹਦਾ ਮੂੰਹ ਨੀਚੇ ਨੂੰ ਹੈ, ਇਹਦਾ ਮੂੰਹ ਉੱਪਰ ਨੂੰ ਹੈ, ਇਹਦਾ ਮੂੰਹ ਵੀ ਉੱਪਰ ਨੂੰ ਹੈ, ਇਹਦਾ ਮੂੰਹ ਨੀਚੇ ਨੂੰ ਹੈ। ਤੋ ਇਹਦੇ ਵਿੱਚ ਜਿਹੜੇ ਡਿਫਰੈਂਟ ਹੈ ਉਹ ਸਾਡੇ ਕੋਲ ਦੋ ਹੋ ਜਾਣੇ ਹੈ ਨਾ। ਠੀਕ ਹੈ ਨਾ। ਇਹ ਇਸ ਵਾਲੇ ਸੈਕਿੰਡ ਦੇ ਵਿੱਚ ਵੀ ਇਹਦਾ ਫੇਸ ਜਿਹੜਾ ਨੀਚੇ ਨੂੰ ਹੈ, ਆਹ ਵਾਲਾ ਜਿਹੜਾ ਗੋਲਾ ਹੈ, ਪੰਜਵੇਂ ਦੇ ਵਿੱਚ ਵੀ ਇਹਦਾ ਜਿਹੜਾ ਗੋਲਾ ਉਹ ਨੀਚੇ ਨੂੰ ਹੈ। ਤਾਂ ਸਾਡੇ ਕੋਲ ਇੱਕ ਆਨਸਰ ਤਾਂ ਆਇਆ ਨਹੀਂ, ਸੋ ਅਸੀਂ ਇਹ ਨਾ ਦੇਖ ਕੇ ਫਿਰ ਦੂਸਰੇ ਨੂੰ ਦੇਖਾਂਗੇ। ਠੀਕ ਹੈ। ਦੂਸਰੇ ਦੇ ਵਿੱਚ ਸਾਫ਼ ਤੌਰ ਤੇ ਪਤਾ ਲੱਗਦਾ ਹੈ ਕਿ ਪਹਿਲੇ ਦੇ ਵਿੱਚ ਇਹਦਾ ਮੂੰਹ ਜਿਹੜਾ ਇੱਧਰ ਨੂੰ ਹੈ, ਇਹ ਵਾਲੀ ਸਾਈਡ, ਦੂਸਰੇ ਦੇ ਵਿੱਚ ਵੀ ਲੈਫਟ ਸਾਈਡ ਨੂੰ ਹੈ, ਤੀਸਰੇ ਦੇ ਵਿੱਚ ਰਾਈਟ ਨੂੰ ਹੈ, ਚੌਥੇ 'ਚ ਫਿਰ ਲੈਫਟ ਨੂੰ ਹੈ, ਔਰ ਪੰਜਵੇਂ 'ਚ ਫਿਰ ਲੈਫਟ ਨੂੰ ਹੈ। ਤਾਂ ਇਹ ਸਾਡੇ ਕੋਲ ਜਿਹੜਾ ਡਿਫਰੈਂਟ ਆ ਗਿਆ ਇਹਦੇ ਵਿੱਚ। ਠੀਕ ਹੈ। ਤਾਂ ਤੀਜਾ ਆਨਸਰ ਜਿਹੜਾ ਇਹਦਾ ਬਣ ਜਾਂਦਾ ਹੈ। ਠੀਕ ਹੈ ਬੱਚੇ। ਤਾਂ ਨੈਕਸਟ ਦੇਖਦੇ ਹਾਂ ਕੁਐਸਚਨ। ਆਈਡੈਂਟੀਫਾਈ ਦ ਫਿਗਰ ਵਿਚ ਇਜ਼ ਡਿਫਰੈਂਟ ਫਰਮ ਦ ਰਿਮੇਨਿੰਗ। ਤਾਂ ਆਪਣੇ ਕੋਲ 5 ਟ੍ਰਾਇੰਗਲਸ ਇੱਥੇ ਦਿੱਤੀਆਂ ਹੋਈਆਂ ਨੇ, ਇਹਦੇ ਵਿੱਚੋਂ ਕਿਹੜੀ ਡਿਫਰੈਂਟ ਹੈ ਇਹ ਆਪਾਂ ਲੱਭਣੀ ਹੈ। ਕਰੋ ਕੋਸ਼ਿਸ਼। ਹਾਂਜੀ ਵੈਸੇ ਇਹਦਾ ਆਨਸਰ ਜਿਹੜਾ ਪਹਿਲਾ ਹੈ ਕਿਉਂ ਹੈ ਇਹ ਵੀ ਦੱਸ ਦਿਓ। ਸਰ ਕਿਉਂਕਿ ਜੇ ਬਾਕੀਆਂ ਨੂੰ ਜੋੜੀਏ ਤਾਂ ਉਹ ਬਣ ਜਾਂਦੇ, ਲੇਕਿਨ ਜਦੋਂ ਫਸਟ ਨੂੰ ਜੋੜਦੇ ਉਹ ਸਹੀ ਨਹੀਂ ਬਣਦਾ ਹੈਗਾ। ਕੀ ਜੋੜਦੇ ਆ, ਮਤਲਬ ਕਿੱਦਾਂ ਜੋੜਦੇ ਆ? ਸਰ ਜਿੱਦਾਂ ਕਿ ਪਹਿਲਾ ਹੈਗਾ, ਜਿੱਦਾਂ ਕਿ ਪੰਜਵਾਂ ਆ, ਪੰਜਵੇਂ ਨੂੰ 4 ਦੇ ਵਿੱਚ ਜੋੜ ਕੇ ਸਰ ਉਹ ਇੱਕ ਬਣ ਜਾਂਦੀ ਆ। ਥਰਡ ਤੇ 2 ਵੀ ਬਣ ਜਾਂਦੀ, ਪਰ ਫਸਟ ਨਹੀਂ ਬਣਦਾ ਹੈਗਾ। ਨਹੀਂ ਤਾਂ ਫਰਸਟ ਤੇ ਥਰਡ ਨੂੰ ਵੀ ਤਾਂ ਜੋੜ ਹੀ ਸਕਦੇ ਹਾਂ ਅਸੀਂ। ਦੇਖੋ ਤਾਂ ਪਹਿਲੇ ਤੇ ਤੀਜੇ ਨੂੰ ਜੋੜ ਨਹੀਂ ਸਕਦੇ, ਜੀ हाँ ਹਾਂਜੀ। जी। ਪਹਿਲੇ ਨੂੰ ਚੌਥੇ ਨਾਲ ਵੀ ਜੋੜ ਸਕਦੇ ਹਾਂ। ਕੋਈ ਲੌਜਿਕ ਨਹੀਂ ਆਪਣਾ ਚੱਲੇਗਾ। ਇਹਦੇ ਵਿੱਚ ਤੁਸੀਂ ਦੇਖੋ, ਜਿਹੜੀ ਫਰਸਟ ਫਿਗਰ ਹੈ ਇਹਨੂੰ ਅਗਰ ਮੈਂ ਥੋੜੀ ਜਿਹੀ ਰੋਟੇਟ ਕਰਾਂ ਇਸ ਸਾਈਡ ਨੂੰ ਤਾਂ ਇਹ ਬਣ ਜਾਏਗੀ। ਜੀ ਹਾਂਜੀ। ਜੇ ਇਹਨੂੰ ਰੋਟੇਟ ਕਰਾਂ ਇਹ ਬਣ ਜਾਏਗੀ। ਜੇ ਇਹਨੂੰ ਫੇਰ ਘੁਮਾ ਦਈਏ ਤਾਂ ਇਹ ਬਣ ਜਾਏਗੀ, ਜੀ ਹਾਂਜੀ। ਪਰ ਇਹ ਕਿਤੇ ਵੀ ਨਹੀਂ ਬਣੇਗੀ।
ਦੇਖੋ ਤਾਂ ਕਿਸੇ ਨੂੰ ਘੁਮਾ ਕੇ ਲੱਗਦਾ ਤੁਹਾਨੂੰ ਵੀ ਕਿਸੇ ਫਿਗਰ ਨੂੰ ਘੁਮਾ ਕੇ ਰੋਟੇਟ ਕਰਕੇ ਇਹ ਵਾਲੀ 5th ਜਿਹੜੀ ਫਿਗਰ ਹੈ ਉਹ ਬਣ ਸਕਦੀ ਹੈ? ਜੀ ਨਹੀਂ। ਨਹੀਂ ਬਣ ਸਕਦੀ, ਠੀਕ ਹੈ। तो ਪੰਜਵਾਂ ਜਿਹੜਾ ਇਹ ਸਾਡੇ ਕੋਲ ਆਨਸਰ ਹੈ ਇਹਦੇ ਵਿੱਚ ਸਹੀ, ਠੀਕ। ਜੀ ਹਾਂਜੀ। ਚਲੋ ਨੈਕਸਟ ਦੇਖੋ ਕੁਐਸਚਨ। ਚੂਜ਼ ਦ ਫਿਗਰ ਵਿਚ ਇਜ਼ ਡਿਫਰੈਂਟ ਫਰਮ ਦ ਅਦਰਸ। ਇਹਦੇ ਵਿੱਚ ਪੰਜ ਨੇ, ਪੰਜਾਂ ਦੇ ਵਿੱਚੋਂ ਦੇਖੋ ਕਿਹੜੀ ਡਿਫਰੈਂਟ ਹੈ। सर फिफ्थ। सर फिफ्थ। जी पंजवीं। ਬਿਲਕੁਲ ਬਿਲਕੁਲ ਠੀਕ, ਬਿਲकुल ठीक सर फिफ्थ। ਬਿਲकुल ठीक है। देखो ਇਹਦੇ ਵਿੱਚ इधर ਸਾਡੇ ਕੋਲ ਪੂਛ ਹੈ, ਸਮਝੋ ਇਹ ਵਾਲੀ ਹੈ ਨਾ, ਔਰ ਇੱਧਰ ਇਹ ਮੋਟਾ ਵਾਲਾ ਪਾਸਾ ਹੈ, तो ਇਹ ਇਸ ਡਾਇਰੈਕਸ਼ਨ ਦੇ ਵਿੱਚ ਚੱਲ ਰਿਹਾ ਹੈ। ਇਹਦੇ ਵਿੱਚ ਵੀ ਇਹ ਇਦਾਂ ਹੀ ਚੱਲ ਰਿਹਾ ਹੈ ਐਂਟੀ ਕਲੌਕਵਾਈਜ਼, ਇਹਦੇ ਵਿੱਚ ਵੀ ਇਹ ਐਂਟੀ ਕਲੌਕਵਾਈਜ਼ ਚੱਲ ਰਿਹਾ ਹੈ ਇਸੇ ਡਾਇਰੈਕਸ਼ਨ ਦੇ ਵਿੱਚ, ਇਹਦੇ ਵਿੱਚ ਵੀ ਇਸੇ ਢੰਗ ਦੇ ਨਾਲ ਚੱਲ ਰਿਹਾ, ਪਰ ਇਹਦੇ ਵਿੱਚ ਉਲਟਾ ਹੋ ਗਿਆ ਨਾ, जी हाँ जी। ਕਲੌਕਵਾਈਜ਼ ਹੋ ਗਿਆ, ਘੜੀ ਵਾਲੀ ਡਾਇਰੈਕਸ਼ਨ ਦੇ ਵਿੱਚ ਹੋ ਗਿਆ। तो ਪੰਜਵਾਂ ਜਿਹੜਾ ਆਪਣੇ ਕੋਲ ਆਨਸਰ ਉਹ ਬਿਲਕੁਲ ਠੀਕ ਹੈ। ਹਾਂਜੀ ਨੈਕਸਟ ਦੱਸੋ। पंजवीं सर। ਪੰਜਵੀਂ ਡਿਫਰੈਂਟ ਹੈ ਕਿਵੇਂ? सर फिफ्थ ऑप्शन। ਕਿਵੇਂ? ਹਾਂਜੀ ਬਿਲਕੁਲ ਠੀਕ ਹੈ। ਦੇਖੋ ਇਹਨੂੰ ਅਗਰ ਅਸੀਂ 90 ਡਿਗਰੀ ਦਾ ਰੋਟੇਟ ਕਰਾਂਗੇ ਤਾਂ ਸਾਡੇ ਕੋਲ ਇਹ ਵਾਲੀ ਫਿਗਰ ਬਣ ਜਾਂਦੀ ਹੈ, ਠੀਕ ਹੈ। ਇਹਨੂੰ ਫਿਰ 90 ਡਿਗਰੀ ਰੋਟੇਟ ਕਰਦੇ ਆ ਤਾਂ ਇਹ ਵਾਲੀ ਡਾਇਗਰਾਮ ਬਣ ਜਾਂਦੀ ਹੈ। ਅਗਰ ਇਹਨੂੰ ਫਿਰ 90 ਡਿਗਰੀ ਰੋਟੇਟ ਕਰਦੇ ਆ ਤਾਂ ਸਾਡੇ ਕੋਲ ਇਹ ਡਾਇਗਰਾਮ ਬਣ ਜਾਂਦੀ ਹੈ, ਠੀਕ ਹੈ ਨਾ। ਬਟ ਇਹਨੂੰ ਅੱਗੇ ਅਸੀਂ ਰੋਟੇਟ ਕਰੀਏ ਤਾਂ यस सर। ਇਹ ਉੱਪਰ ਵਾਲੀ ਸਾਈਡ ਨੂੰ, ਇਹਨੂੰ ਫਿਰ ਵਾਪਸ ਰੋਟੇਟ ਕਰਨਾ ਪਏਗਾ ਤਾਂ ਸਾਡੇ ਕੋਲ ਇਹ ਵਾਲੀ ਬਣੇਗੀ। ਤਾਂ ਪੰਜਵੀਂ ਜਿਹੜੀ ਹੈ ਸਾਡੇ ਕੋਲ ਬ੍ਰੇਕ ਕਰ ਰਹੀ ਹੈ ਸੀਕੁਐਂਸ ਨੂੰ, ਠੀਕ ਹੈ। ਤਾਂ ਪੰਜਵਾਂ ਜਿਹੜਾ ਆਨਸਰ ਹੈ ਇਹਦੇ ਵਿੱਚ ਠੀਕ ਹੈ, ਬਿਲਕੁਲ। जी हाँ जी। ਓਕੇ ਹਾਂਜੀ ਨੈਕਸਟ ਦੇਖੋ। ਫਾਈਂਡ ਦ ਆਡ ਵਨ ਆਊਟ। जी चौथी। चौथी फिगर है। जी हाँ जी। ओके और कोई बचा? सर थर्ड। एक ने क्या फोर्थ, एक ने क्या थर्ड। देखते हैं कौन सही जाता है। और कोई बचा? सर थर्ड। सर थर्ड। ਲਓ ਵੀ ਤਿੰਨ ਦੀਆਂ ਆਪਸ਼ਨਸ ਜਿਹੜੇ ਆ, ਤਿੰਨ ਆਨਸਰ ਜ਼ਿਆਦਾ ਆ ਰਿਹਾ। ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿਹੜੀ ਆ ਇਹਦੀ ਡੰਡੀ ਹੈ ਨਾ, ਉਹਦੀ ਡਾਇਰੈਕਸ਼ਨ ਇਸ ਸਾਈਡ ਨੂੰ ਹੈ। ਮਤਲਬ ਕਿ ਜਿਹੜੀ ਆਪਣੀ ਘੜੀ ਦੀ ਸੂਈ ਘੁੰਮਦੀ ਹੁੰਦੀ ਹੈ ਨਾ, ਉਹ ਇਸ ਤਰ੍ਹਾਂ ਘੁੰਮਦੀ ਹੈ, ਇਹਦੀ ਘੁੰਮਦੀ ਹੈ ਨਾ। जी हाँ। ਇਹਨੂੰ ਅਸੀਂ ਬੋਲਦੇ ਹਾਂ ਕਲੌਕਵਾਈਜ਼ ਡਾਇਰੈਕਸ਼ਨ, ਕਲੌਕਵਾਈਜ਼। ਔਰ ਜਦੋਂ ਇਹਦੇ ਤੋਂ ਉਲਟੀ ਡਾਇਰੈਕਸ਼ਨ 'ਚ ਹੋਵੇ ਕੋਈ ਚੀਜ਼, ਘੜੀ ਦੀ ਡਾਇਰੈਕਸ਼ਨ ਤੋਂ ਉਲਟੀ, ਉਹਨੂੰ ਅਸੀਂ ਐਂਟੀ ਕਲੌਕਵਾਈਜ਼ ਬੋਲਦੇ ਹਾਂ, ਠੀਕ ਹੈ। तो ਇਹਦੇ ਵਿੱਚ ਇਹ ਦੇਖੋ ਐਂਟੀ, ਇਹ ਆਪਣੇ ਕੋਲ ਕਲੌਕਵਾਈਜ਼ ਹੈ, ਇਹਦੀ ਜਿਹੜੀ ਡੰਡੀ ਹੈ ਉਹ ਵੀ ਕਲੌਕਵਾਈਜ਼ ਹੈ, ਇਹ ਜਿਹੜੀ ਉਲਟੀ ਹੋ ਗਈ ਐਂਟੀ ਕਲੌਕਵਾਈਜ਼ ਹੋ ਗਈ, ਔਰ ਇਹ ਵੀ ਸਾਡੇ ਕੋਲ ਕਲੌਕਵਾਈਜ਼ ਹੈ, ਔਰ ਇਹ ਵੀ ਆਪਣੇ ਕੋਲ ਕਲੌਕਵਾਈਜ਼ ਹੈ, ਠੀਕ ਹੈ। तो ਇਹ ਇੱਕ ਤੀਸਰੀ ਜਿਹੜੀ ਹੈ ਉਹ ਡਿਫਰੈਂਟ ਹੈ। ਤੁਸੀਂ ਇਹਦੇ ਵਿੱਚੋਂ ਇੱਕ ਫਿਗਰ ਨੂੰ ਅਗਰ ਰੋਟੇਟ ਕਰੋਗੇ ਤਾਂ ਬਾਕੀ ਸਾਰੀਆਂ ਡਾਇਗਰਾਮ ਤੁਹਾਡੇ ਕੋਲ, ਬਾਕੀ ਸਾਰੀਆਂ ਫਿਗਰਸ ਬਣ ਜਾਣਗੀਆਂ, ਬਟ ਇਹ ਵਾਲੀ ਫਿਗਰ ਨਹੀਂ ਬਣੇਗੀ, ਠੀਕ ਹੈ। ਇਹਦਾ ਆਨਸਰ ਜਿਹੜਾ ਸਹੀ ਹੈ। ਮਾਈਕ ਬੰਦ ਕਰ ਲਓ, ਕਿਸੇ ਬੱਚੇ ਵੱਲੋਂ ਬਹੁਤ ਡਿਸਟਰਬੈਂਸ ਆ ਰਹੀ ਹੈ ਇਸ ਕਾਰਨ। ਹਾਂ ਚਲੋ ਨੈਕਸਟ ਦੇਖੋ। ਚੂਜ਼ ਦ ਫਿਗਰ ਵਿਚ ਇਜ਼ ਡਿਫਰੈਂਟ ਫਰਮ ਦ ਅਦਰਸ। ਇਹਦੇ ਵਿੱਚੋਂ ਕਿਹੜੀ ਫਿਗਰ ਹੈ ਜਿਹੜੀ ਬਾਕੀਆਂ ਦੇ ਨਾਲੋਂ ਡਿਫਰੈਂਟ ਹੈ? सेकंड नंबर वाली। सर हाँ जी सेकंड कह रहे ने। और कोई? सेकंड। सर सेकंड। ओके पर ਇਹਦੇ ਵਿੱਚ ਸੈਕਿੰਡ ਮੈਨੂੰ ਪਤਾ ਤੁਸੀਂ ਕਿਉਂ ਕਰ ਰਹੇ ਹੋ, ਕਿਉਂਕਿ ਇਹ ਵਾਲੀ ਲਾਈਨ ਸਟ੍ਰੇਟ ਹੈ ਬਟ ਇਹ ਵਾਲੀ ਲਾਈਨ ਸਟ੍ਰੇਟ ਨਹੀਂ ਹੈਗੀ ਹੈ ਨਾ, ਤਾਂ ਹੋ ਸਕਦਾ ਹੈ ਇਹ ਆਨਸਰ ਇਹਦਾ ਹੋ ਸਕਦਾ ਹੈ, ਠੀਕ ਹੈ। ਬਟ ਇਹਦਾ ਆਨਸਰ ਤੁਸੀਂ ਦੇਖੋ ਤੇ ਇਹ ਵਾਲਾ ਜ਼ਿਆਦਾ ਸਹੀ ਨਹੀਂ ਲੱਗਦਾ, ਕਿਉਂਕਿ ਬਾਕੀ ਸਭ ਦੇ ਵਿੱਚ ਜਿਹੜੇ ਐਂਗਲਸ ਹੈ ਉਹ 90 ਡਿਗਰੀ ਬਣਦੇ ਆ। ਇਹ ਡਾਇਗਰਾਮ ਦੇ ਵਿੱਚ ਥੋੜਾ ਜਿਹਾ ਫਰਕ ਹੋ ਸਕਦਾ, ਅਦਰਵਾਈਜ਼ ਇਹ ਵੀ ਇਹਦਾ ਆਨਸਰ ਹੋ ਸਕਦਾ, ਕਿਉਂਕਿ ਇਹਦੇ ਚ ਐਂਗਲ ਜਿਹੜੇ ਉਹ 90 ਡਿਗਰੀ ਦੇ ਨਹੀਂ ਬਣ ਰਹੇ। ਇਹ ਅਕਿਊਟ ਐਂਗਲ ਹੈ ਔਰ ਇਹ ਸਾਡੇ ਕੋਲ ਅਬਟਿਊਸ ਹੈ। ਇੱਕ ਨਿਊਨ ਕੋਣ ਬਣ ਰਿਹਾ ਤੇ ਇੱਕ ਅਧਿਕ ਕੋਣ ਬਣ ਰਿਹਾ, ਠੀਕ ਹੈ। हाँ जी सर। जी सर। तो ਇਹਦਾ ਆਨਸਰ ਜਿਹੜਾ ਸੀ ਲੈਣਾ, ਠੀਕ ਹੈ।
ਹਾਂਜੀ ਸਰ ਹਾਂਜੀ ਨੈਕਸਟ ਬੱਚੇ ਆਪਣੇ ਕੋਲ ਹੈ ਡਾਇਰੈਕਸ਼ਨਸ ਇਹਦੇ ਵਿੱਚ ਕੀ ਨੇ ਕੁਐਸਚਨ ਦੇ ਵਿੱਚ 5 figures are given one of these figures does not fit with the rest of the figures find out the figure and indicate it ਠੀਕ ਹੈ ਇਹਨਾਂ ਵਿੱਚੋਂ ਇੱਕ ਫਿਗਰ ਹੈ ਜਿਹੜੀ ਬਾਕੀਆਂ ਦੇ ਨਾਲੋਂ ਡਿਫਰੈਂਟ ਹੈ ਉਹਨੂੰ ਆਪਾਂ ਰਿਮੂਵ ਕਰਨਾ ਕੀ ਆ ਸਕਦਾ डी वाली ਜਿਹੜੀ सर डी ऑप्शन वाली अलग डी ਜੀ ਸਰ ਡੀ ਆਪਸ਼ਨ ਅਲੱਗ ਆ सर डी ऑप्शन अलग है सब तो सर डी ऑप्शन सब ਨੂੰ ਲੱਗ ਆ डी ਕਿਵੇਂ ਅਲੱਗ ਹੈ ਕੋਈ ਦੱਸੇਗਾ ਸਰ ਕਿਉਂਕਿ ਜਿਹੜੇ ਸਰਕਲ ਬਣੇ ਹੋਏ ਆ ਉਹ ਸਾਰੇ ਦੇ ਹਨਾ ਕਾਰਨਰ ਦੇ ਵਿੱਚ ਹੈਗੇ ਆ ਪਰ ਇਹਦੇ ਵਿੱਚ ਕਿਸੇ ਅਲੱਗ ਹੀ ਡਾਇਰੈਕਸ਼ਨ ਦੇ ਵਿੱਚ ਹੈਗੇ ਆ ਇਸ ਕਰਕੇ ਹਾਂਜੀ ਸਰ ਹੋਰ ਦੇਖੋ ਤਾਂ ਕੁਝ ਸਰ ਸੀ ਸੀ ਕਿਵੇਂ ਸੀ ਕਿਵੇਂ ਤੁਸੀਂ ਨਾ ਇੱਕ ਚੀਜ਼ ਨੋਟ ਕਰਿਆ ਕਰੋ ਕਿ ਇੱਕ ਫਿਗਰ ਨੂੰ ਰੋਟੇਟ ਕਰਕੇ ਬਾਕੀ ਸਾਰੀਆਂ ਫਿਗਰਸ ਲਗਭਗ ਬਣਦੀਆਂ ਪਈਆਂ ਅਗਰ ਤੁਸੀਂ ਇਹ ਬਾਹਰ ਵਾਲੀ ਸ਼ਕਲ ਦੇਖੋ ਇਹ ਜਿਹੜਾ ਚੂਹਾ ਜਿਹਾ ਬਣਿਆ ਹੋਇਆ ਹੈ ਨਾ ਇਹਨੂੰ ਅਗਰ ਅਸੀਂ ਰੋਟੇਟ ਕਰਦੇ ਹਾਂ ਤਾਂ ਆਹ ਵਾਲੀ ਫਿਗਰ ਕਿਤੇ ਵੀ ਨਹੀਂ ਬਣਨੀ ਬਾਕੀ ਸਾਰੀਆਂ ਬਣਦੀਆਂ ਪਈਆਂ ਇਹਨੂੰ ਇੱਧਰ ਰੋਟੇਟ ਕਰੋਗੇ ਤਾਂ ਇਹ ਬਣ ਜਾਏਗੀ ਇਹਨੂੰ ਫਰਦਰ ਰੋਟੇਟ ਕਰੋਗੇ ਤਾਂ ਇਹ ਬਣ ਜਾਏਗੀ ਇਹਨੂੰ ਫਰਦਰ ਰੋਟੇਟ ਕਰੋਗੇ ਤਾਂ ਇਹ ਬਣ ਜਾਏਗੀ ਬਟ ਇਹ ਬਣੇਗੀ ਕਿਤੇ जी नहीं ਇਹ ਨਹੀਂ ਬਣਨੀ ਠੀਕ ਹੈ ਤੋ ਸਰਕਲ ਨੂੰ ਛੱਡ ਕੇ ਸਰਕਲ ਕਿਉਂਕਿ ਤੁਸੀਂ ਸਾਰਿਆਂ ਦੇ ਵਿੱਚ ਦੇਖੋ ਸਰਕਲ ਦੀ ਪੋਜੀਸ਼ਨ ਹਰ ਇੱਕ ਦੇ ਵਿੱਚ ਅਲੱਗ-ਅਲੱਗ ਆ ਰਹੀ ਹੈ ਠੀਕ ਹੈ ਨਾ ਸਰਕਲ ਦੀ ਪੋਜੀਸ਼ਨ ਹਰ ਇੱਕ ਦੇ ਵਿੱਚ ਅਲੱਗ-ਅਲੱਗ ਆ ਰਹੀ ਹੈ ਬਟ ਇਹ ਜਿਹੜੀ ਰੋਟੇਸ਼ਨ ਵਾਲੀ ਚੀਜ਼ ਹੈ ਉਹ ਤੁਸੀਂ ਧਿਆਨ ਦੇ ਨਾਲ ਦੇਖੋ ਤਾਂ ਸਿਰਫ ਇੱਕ ਜਿਹੜੀ ਉਹਦੇ ਵਿੱਚੋਂ ਬਾਹਰ ਡਿਫਰੈਂਟ ਨਿਕਲ ਜਾਂਦੀ ਹੈ ਇਹਦਾ ਆਨਸਰ ਜਿਹੜਾ ਸਾਡੇ ਕੋਲ ਉਹ ਸੀ ਆਏਗਾ ठीक है बच्चे समझ रहे हो ਜੀ ਸਰ चलो नेक्स्ट देखो क्वेश्चन which is the odd one out ਇਹਦੇ ਵਿੱਚ ਵੀ ਤੁਸੀਂ ਰੋਟੇਟ ਕਰਕੇ ਪੇਅਰਿੰਗ ਬਣਾ ਕੇ ਦੇਖੋ ਕਿਹਦੀ ਕਿਹਦੇ ਨਾਲ ਪੇਅਰਿੰਗ ਬਣਦੀ ਹੈ ਬੜੇ ਆਰਾਮ ਦੇ ਨਾਲ ਤੁਹਾਨੂੰ ਪਤਾ ਚੱਲ ਜਾਏਗਾ ਹਾਂਜੀ ਦੇਖੋ ਤਾਂ ਅਗਰ ਅਸੀਂ 2 ਨੂੰ 1 ਨੂੰ ਰੋਟੇਟ ਕਰੀਏ ਤਾਂ 2 ਚ ਕਨਵਰਟ ਕੀਤਾ ਜਾ ਸਕਦਾ ਹੈ ਇਹਨੂੰ हाँ जी ਹਾਂਜੀ ਸਰ ਹਾਂਜੀ ਸਰ 1 ਤੇ 2 1 ਤੋਂ 2 ਬਣਾਇਆ ਜਾ ਸਕਦਾ ਹੈ ਵੈਰੀ ਗੁੱਡ 3 ਨੂੰ ਰੋਟੇਟ ਕਰਕੇ ਦੇਖੋ ਬਾਕੀਆਂ ਦੇ ਵਿੱਚੋਂ ਕਿਹੜਾ ਬਣਾਇਆ ਜਾ ਸਕਦਾ ਹੈ ਇੱਕ ਚੀਜ਼ ਕਲੀਅਰ ਹੈ ਜਿਹੜੀ ਚੁੰਝ ਦੀ ਸਾਡੇ ਕੋਲ ਰਾਈਟ ਸਾਈਡ ਤੇ ਬਣੀ ਹੈ ਉਹ ਲੈਫਟ ਸਾਈਡ ਤੇ ਆ ਜਾਏਗੀ ਠੀਕ ਹੈ ਤਾਂ 3 ਨੂੰ ਅਸੀਂ 6 ਜਾਂ 7 ਕਿਹਦੇ ਨਾਲ ਰੋਟੇਟ ਕਰਕੇ ਕਿਹੜਾ ਬਣ ਜਾਏਗਾ 3 ਨੂੰ ਰੋਟੇਟ ਕਰਕੇ 6 ਬਣੇਗਾ ਜਾਂ 7 ਹਾਂ 5 ਕਿਦਾਂ 5 ਨਹੀਂ 7 ਹਾਂ ਵੈਰੀ ਗੁੱਡ 3 ਨੂੰ ਅਗਰ ਅਸੀਂ ਰੋਟੇਟ ਕਰਾਂਗੇ ਤਾਂ ਇਹ ਮੈਂ ਗ੍ਰੀਨ ਦੇ ਨਾਲ ਮਾਰਕ ਕਰਦਾ ਤਾਂ ਇਹ ਆਪਣੇ ਕੋਲ 7 ਬਣ ਜਾਏਗਾ ਠੀਕ ਹੈ 3 ਨੂੰ ਰੋਟੇਟ ਕਰਕੇ 7 ਤਾਂ 1 ਦੀ ਪੇਅਰਿੰਗ 2 ਦੇ ਨਾਲ ਹੋਗੀ 3 ਦੀ ਪੇਅਰਿੰਗ 7 ਨਾਲ ਹੋਗੀ 4 ਦੀ ਪੇਅਰਿੰਗ ਦੇਖੋ ਕਿਹਦੇ ਨਾਲ ਹੁੰਦੀ ਪਈ ਹੈ ਸਰ 6 6 ਨਾਲ 4 ਦੀ ਪੇਅਰਿੰਗ ਜਿਹੜੀ ਹੈ ਉਹ 6 ਦੇ ਨਾਲ ਹੋ ਜਾਏਗੀ ਵੈਰੀ ਗੁੱਡ ਤਾਂ ਇਹ ਪੇਅਰਸ ਬਣ ਗਏ ਕੱਲਾ ਕੌਣ ਬਚ ਗਿਆ ਫਿਰ ਸਾਡੇ ਕੋਲ 5 ਇਹਦੇ ਵਿੱਚ ਆਨਸਰ ਹੈ ਠੀਕ ਹੈ हाँ जी ਨੈਕਸਟ ਦੇਖੋ ਕੁਐਸਚਨ ਕਿਹੜੀ ਫਿਗਰ ਹੈ ਜਿਹੜੀ ਬਾਕੀਆਂ ਦੇ ਨਾਲੋਂ ਡਿਫਰੈਂਟ ਹੈ जी चौथी ਸਰ 4th ਫੋਰਥ ਕਿਉਂ ਡਿਫਰੈਂਟ ਹੈ ਸਰ 4th ਸਰ ਕਿਉਂਕਿ ਬਾਕੀ ਸਾਰੇ 90 ਡਿਗਰੀ ਦਾ ਐਂਗਲ ਬਣਾ ਰਹੇ ਹਨ ਨਹੀਂ ਬਣਾ ਰਹੇ ਵਿੱਚ ਨਹੀਂ ਬਣਦੇ ਪਏ ਕਿ ਬਾਕੀ ਸਭ ਦੇ ਵਿੱਚ ਲਾਈਨਸ ਦੇ ਵਿੱਚ ਐਰੋਜ਼ ਦੇ ਵਿੱਚ ਜਿਹੜਾ ਐਂਗਲ ਹੈ ਉਹ 90 ਡਿਗਰੀ ਹੈ ਬਟ 4 ਦੇ ਵਿੱਚ ਜਿਹੜਾ ਐਂਗਲ ਹੈ ਉਹ ਡਿਫਰੈਂਟ ਬਣਦਾ ਹੈ ਠੀਕ ਹੈ 4th ਇਜ਼ ਦਾ ਆਨਸਰ ਵੈਰੀ ਗੁੱਡ ਹਾਂਜੀ ਨੈਕਸਟ ਦੇਖੋ थर्ड ऑप्शन ਵੈਰੀ ਗੁੱਡ ਕਿਉਂ ਕਿਉਂਕਿ ਬਾਕੀਆਂ ਦੇ ਵਿੱਚ ਲਾਈਨਸ ਪੈਰਲਲ ਨੇ ਬਟ ਥਰਡ ਦੇ ਵਿੱਚ ਲਾਈਨਸ ਜਿਹੜੀਆਂ ਪੈਰਲਲ ਨਹੀਂ ਨੇ ਹੈਗੀ ਠੀਕ ਹੈ ਨੈਕਸਟ
जी चौथी ओके, एक बच्चा कह रहा है चौथी फिगर, और बोलो कोई। सर पी ठीक ही है, सर पी ऑप्शन बोलो, ऑप्शन 1 2 3 4 5। सर फर्स्ट ऑप्शन सर पी ऑप्शन, दूसरा सर बच्चा फर्स्ट फर्स्ट ऑप्शन। फर्स्ट क्यों सर डिफरेंट क्योंकि है? ਬਾਕੀ ਆਪਸ਼ਨ ਚ ਵੋਵਲ ਸਾ ਤੇ ਫਸਟ ਆਪਸ਼ਨ ਚ ਵੋਵਲ ਨਹੀਂ ਹੈਗਾ ਆ ਵੈਰੀ ਗੁੱਡ, ਵੈਰੀ हाँ ਗੁੱਡ। जी ਬਾਕੀ ਜਿਹੜੇ ਸਾਡੇ ਕੋਲ ਈ ਆਈ ਓ ਯੂ ਇਹ ਵੋਵਲਸ ਹੈ, ਬਟ ਪੀ ਜਿਹੜਾ ਹੈ ਵੋਵਲ ਨਹੀਂ ਹੈ, ਤਾਂ ਫਰਸਟ ਜਿਹੜਾ ਹੈ ਠੀਕ ਹੈ। ਹਾਂਜੀ ਨੈਕਸਟ। सर फर्स्ट, सोच के काली ना जी करो। दूजी हाँ जी, तलविंदर कह रहा है दूजी। सर फिफ्थ ऑप्शन, ਸਰ ਫਿਫਥ ਆਪਸ਼ਨ ਆਪਸ਼ਨ ਇਹਦੇ ਵਿੱਚੋਂ ਸੈਕਿੰਡ ਜਿਹੜੀ ਉਹ ਸਹੀ ਹੈ, ਡਿਫਰੈਂਟ ਹੈ। ਕਿਉਂ? ਤੁਸੀਂ ਬਾਕੀ ਸਭ ਦੇ ਵਿੱਚ ਦੇਖੋ 5 ਐਰੋ ਹੈਡਸ 5 ਨਹੀਂ ਦਿਸ ਰਹੇ ਤੁਹਾਨੂੰ? 1 2 3 4 5 1 2 3 4 5 1 2 3 4 5 1 2 3 4 5 ਪਰ ਇਹਦੇ ਚ ਕਿੰਨੇ ਹੈ? 1 2 3। तो की आंसर हो गया अपने कोल फिर? सर सेकंड, ਸੈਕਿੰਡ सेकंड, चलो नेक्स्ट देखो। सेकंड, ਸਰ ਫਿਫਥ सर फिफ्थ ऑप्शन, क्यों किवें? ਸਰ ਕਿਉਂਕਿ ਜਿਹੜੀ ਫਰਸਟ ਆ ਉਹ ਉੱਪਰ ਨੂੰ ਆ, ਜੇ ਉਹਦਾ ਉਲਟ ਦੇਖੇ ਤਾਂ ਜਿਹੜੀ ਥਰਡ ਆ ਉਹ सर ਨੀਚੇ सेकंड ਨੂੰ लग रही है क्योंकि वो क्लॉकवाइज नहीं रोटेट करती। अच्छा ਹੁਣ ਧਿਆਨ ਦੇ ਨਾਲ ਮੇਰੀ ਗੱਲ ਸੁਣਿਓ। ਜਿਹੜਾ ਇਹ ਅੰਦਰ ਵਾਲਾ ਆ ਵਾਲਾ u ਹੈ, ਇਹਨੂੰ ਅਗਰ ਮੈਂ ਇਧਰ ਨੂੰ ਰੋਟੇਟ ਕਰਾਂ 90 ਡਿਗਰੀ ਤੇ, ਤਾਂ ਇਹ ਬਾਹਰ ਵਾਲੇ ਦੇ ਬਰਾਬਰ ਹੋ ਜਾਏਗਾ। मतलब ਸਾਡੇ ਕੋਲ ਆ ਵਾਲੀ ਚੀਜ਼ ਬਣ ਜਾਏਗੀ ਨਾ, यस ਅੰਦਰ ਵਾਲੇ ਨੂੰ, ਤਾਂ ਇਹਨਾਂ ਦਾ ਮੂੰਹ ਦੋਨੋਂ ਦਾ ਇੱਕ ਪਾਸੇ ਨੂੰ ਹੋ ਜਾਏਗਾ। जी हाँ जी ਅੰਦਰ ਵਾਲਾ u ਹੈ, ਇਹਨੂੰ 90 ਡਿਗਰੀ ਦਾ ਰੋਟੇਟ ਕੀਤਾ ਤਾਂ ਇਹ ਜਿਹੜੇ ਗਵਲੇ ਵਾਲੇ u ਦੇ ਬਰਾਬਰ ਇਹਦਾ ਮੂੰਹ ਬਾਹਰ ਨੂੰ ਖੁੱਲ ਜਾਏਗਾ। ਅੱਛਾ, ਅਗਰ ਜਿਹੜਾ ਇਹ ਵੱਡਾ ਸੈਕਿੰਡ ਮਿਡਲ u ਹੈਗਾ ਬਣਿਆ ਹੋਇਆ, ਇਹਨੂੰ ਅਗਰ ਮੈਂ 90 ਡਿਗਰੀ ਦਾ ਰੋਟੇਟ ਕਰਾਂ ਤਾਂ ਇਹ ਵੱਡੇ ਦੇ ਬਰਾਬਰ ਇਹਦਾ ਮੂੰਹ ਖੁੱਲ ਜਾਏਗਾ, ਨਹੀਂ? हाँ जी ਬਾਕੀਆਂ ਦੇ ਵਿੱਚ ਵੀ ਚੈੱਕ ਕਰਦੇ ਆਪਾਂ। ਜਿਹੜਾ ਇਹ ਕੇਸ ਹੈ ਇਹਦੇ ਚ ਐਂਟੀ ਕਲੌਕਵਾਈਜ਼ 90 ਡਿਗਰੀ ਘੁੰਮਣਾ ਪੈਣਾ ਹੈ, ਔਰ ਇਹਦੇ ਵਿੱਚ ਵੀ ਇਹਨੂੰ ਵੀ ਐਂਟੀ ਕਲੌਕਵਾਈਜ਼ 90 ਡਿਗਰੀ ਘੁਮਾਵਾਂਗੇ ਤਾਂ ਇਹ ਸਾਡੇ ਕੋਲ ਬਾਹਰ ਵਾਲੇ u ਦੇ ਬਰਾਬਰ ਇਹਦਾ ਮੂੰਹ ਬਾਹਰ ਨੂੰ ਖੁੱਲ ਜਾਏਗਾ। ਸੈਕਿੰਡ ਥਰਡ ਦੇ ਵਿੱਚ ਇਹਨੂੰ ਐਂਟੀ ਕਲੌਕਵਾਈਜ਼ ਘੁਮਾਉਣਾ ਪੈਣਾ ਹੈ, ਇਹਨੂੰ ਵੀ ਐਂਟੀ ਕਲੌਕਵਾਈਜ਼ ਘੁਮਾਉਣਾ ਪੈਣਾ ਹੈ 90 ਡਿਗਰੀ, ਔਰ ਇਹਦੇ ਵਿੱਚ ਵੀ ਇਹਨੂੰ ਐਂਟੀ ਕਲੌਕਵਾਈਜ਼ 90 ਡਿਗਰੀ ਘੁਮਾਉਣਾ ਪੈਣਾ ਹੈ, ਇਹਨੂੰ ਵੀ 90 ਡਿਗਰੀ ਐਂਟੀ ਕਲੌਕਵਾਈਜ਼ ਘੁਮਾਉਣਾ ਪੈਣਾ ਹੈ। ਇਹਦੇ ਵਿੱਚ ਵੀ ਇਸੇ ਢੰਗ ਦੇ ਨਾਲ ਇਹਨੂੰ 90 ਡਿਗਰੀ ਐਂਟੀ ਕਲੌਕਵਾਈਜ਼ ਘੁਮਾਵਾਂਗੇ ਤਾਂ ਦੋਨਾਂ ਦਾ ਮੂੰਹ ਨੀਚੇ ਨੂੰ ਖੁੱਲ ਜਾਏਗਾ, ਔਰ ਵੱਡੇ ਵਾਲੇ ਨੂੰ 90 ਡਿਗਰੀ ਇੱਧਰ ਘੁਮਾਵਾਂਗੇ ਐਂਟੀ ਕਲੌਕਵਾਈਜ਼, ਇਹਦਾ ਮੂੰਹ ਇੱਧਰ ਨੂੰ ਖੁੱਲ ਜਾਏਗਾ। ਤਾਂ ਦੇਖੋ ਤਾਂ ਸਾਰਿਆਂ ਚੋਂ ਡਿਫਰੈਂਟ ਕਿਹੜਾ ਬਣਿਆ? सर ਫਰਸਟ ਡਿਫਰੈਂਟ ਹੈ। ਫਰਸਟ ਦੇ ਵਿੱਚ ਕਲੌਕਵਾਈਜ਼ ਘੁਮਾਉਣਾ ਪੈ ਰਿਹਾ, ਬਾਕੀ ਸਭ ਦੇ ਵਿੱਚ ਐਂਟੀ ਕਲੌਕਵਾਈਜ਼ ਘੁਮਾਉਣਾ ਪੈ ਰਿਹਾ, ਤਾਂ ਕਿ ਸਾਡੇ ਕੋਲ ਆਹ ਵਾਲੀ ਡਾਇਗਰਾਮ ਬਣ ਜਾਏ ਕਿ ਤਿੰਨੋਂ ਬਾਕਸਸ, ਤਿੰਨੋਂ ਯੂ ਜਿਹੜੇ ਹੈਗੇ ਆ ਉਹਨਾਂ ਦਾ ਮੂੰਹ ਜਿਹੜਾ ਹੈ ਉਹ ਬਾਹਰ ਨੂੰ ਖੁੱਲਦੇ। ਠੀਕ ਹੈ, ਆਹ ਚੀਜ਼ ਬਣਾਉਣ ਦੇ ਲਈ ਫਰਸਟ ਦੇ ਵਿੱਚ ਸਾਨੂੰ ਕਲੌਕਵਾਈਜ਼ ਘੁੰਮਣਾ ਪੈਂਦਾ ਹੈ, ਬਾਕੀਆਂ ਦੇ ਵਿੱਚ ਐਂਟੀ ਕਲੌਕਵਾਈਜ਼ ਘੁੰਮਣਾ ਪੈਂਦਾ। ਇਹਦਾ ਮਤਲਬ ਫਰਸਟ ਜਿਹੜੀ ਉਹ ਸਾਡੇ ਕੋਲ ਡਾਇਗਰਾਮ ਡਿਫਰੈਂਟ ਹੈ ਇਹਦੇ ਚ। ਠੀਕ ਹੈ, यस सर, ਯੈਸ ਸਰ। ਨੈਕਸਟ ਦੇਖੋ। ਅੱਜ ਵਿੱਚ ਕਿਹੜੀ ਡਿਫਰੈਂਟ ਹੈ? ਸੈਕਿੰਡ ਸੈਕਿੰਡ ਡਿਫਰੈਂਟ ਹੈ ਤਾਂ ਕਿਵੇਂ? ਸੈਕਿੰਡ ਕਿਵੇਂ सर ਡਿਫਰੈਂਟ? फिफ्थ
ਸਰ ਕਿਉਂਕਿ ਜਿਹੜੇ ਬਾਕੀ ਆਪਸ਼ਨ ਆ ਜਿਹੜੇ ਸਕੇਅਰ ਆ ਉਹਨਾਂ ਦੇ ਨਾ ਮਤਲਬ ਦੀ ਇੱਕ 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 ਲਾਈਨ ਆ ਉਹ ਨਾ ਬਾਰ ਬਾਰ ਹਟਾਈ ਜਾ ਰਹੀ ਹੈ ਪਰ ਇੱਕ ਇਹਦੀ ਸਾਈਡ ਹਟਾਈ ਜਾ ਰਹੀ ਹੈ। ਵੈਰੀ ਗੁੱਡ। ਇਹਦੇ ਵਿੱਚ ਪੂਰਾ ਸਕੁਆਇਰ ਸੀ, ਇਹਦੀ ਇੱਕ ਸਾਈਡ ਹਟ ਗਈ ਤਾਂ ਇਹ ਸਾਡੇ ਕੋਲ ਮਤਲਬ ਇਹ ਫਰਸਟ ਡਾਇਗਰਾਮ ਸੀ, ਇਹ ਸੈਕਿੰਡ ਬਣ ਗਈ, ਇਹਦੀ ਫਿਰ ਇੱਕ ਸਾਈਡ ਹਟਾਤੀ, ਥਰਡ ਬਣ ਗਈ, ਇੱਕ ਹੋਰ ਸਾਈਡ ਹਟਾਈ ਤੇ ਫੋਰਥ ਬਣ ਗਈ। ਇਹਦੇ ਹਾਂਜੀ ਵਿੱਚ ਸਰ ਅੱਦੀ ਬਾਕੀ ਸਭ ਦੇ ਵਿੱਚ ਇਸੇ ਢੰਗ ਦੇ ਨਾਲ ਹੈਗਾ, ਇਹ ਫਰਸਟ ਪੋਜੀਸ਼ਨ, ਸੈਕਿੰਡ ਪੋਜੀਸ਼ਨ, ਥਰਡ ਪੋਜੀਸ਼ਨ, ਫਰਸਟ, ਸੈਕਿੰਡ, ਥਰਡ ਤੇ ਫੋਰਥ, ਫਰਸਟ, ਸੈਕਿੰਡ, ਥਰਡ ਤੇ ਫੋਰਥ। ਪਰ ਇਹਦੇ ਵਿੱਚ ਇੱਥੇ ਫਰਸਟ ਹੈ, ਇੱਥੇ ਸਾਡੇ ਕੋਲ ਡਾਇਰੈਕਟ ਜਿਹੜੀਆਂ ਫਿਰ ਉਹ ਆਹ ਵਾਲੀ ਇਹਦੇ ਚ ਹੈ ਨਹੀਂ, ਤਿੰਨ ਸਾਈਡਸ ਵਾਲੀ ਜਿਹੜੀ ਫਿਗਰ ਆਪਣੇ ਕੋਲ ਹੈਗੀ ਹੈ ਉਹ ਇਹਦੇ ਵਿੱਚ ਹੈ ਨਹੀਂ, ਹੈਨਾ। ਹਾਂਜੀ Yes, ਸਰ ਵੈਰੀ ਗੁੱਡ। ਹਾਂਜੀ ਸਰ ਸੈਕਿੰਡ ਜਿਹੜਾ ਆਨਸਰ ਬਿਲਕੁਲ ਠੀਕ ਹੈ। ਇਹਦੇ 'ਚ ਸਾਡੇ ਕੋਲ ਇਹ ਦੋ ਡਾਇਗਰਾਮਸ ਇੱਕੋ ਜਿਹੀਆਂ ਬਣ ਜਾਂਦੀਆਂ ਨੇ ਇਹਦੇ ਵਿੱਚ, ਹਨਾ, ਜਦ ਕਿ ਸਾਨੂੰ ਇੱਕ ਇਹ ਯੂ ਟਾਈਪ ਚਾਹੀਦੀ ਹੈ ਇਹਦੇ ਵਿੱਚ। ਠੀਕ ਹੈ, ਸੈਕਿੰਡ ਜਿਹੜਾ ਬਿਲਕੁਲ ਠੀਕ ਹੈ ਆਨਸਰ ਇਹਦਾ। ਨੈਕਸਟ ਦੇਖੋ, ਹਾਂਜੀ ਕੀ ਆਨਸਰ ਬਣੇਗਾ ਇਹਦਾ ਬੱਚੇ? ਫਰਸਟ, ਸੈਕਿੰਡ, ਥਰਡ, ਫੋਰਥ, ਫਿਫਥ? ਸਰ ਥਰਡ ਆਪਸ਼ਨ ਥਰਡ ਸਰ ਥਰਡ ਆਪਸ਼ਨ ਥਰਡ ਥਰਡ ਆਪਸ਼ਨ ਬਿਲਕੁਲ ਠੀਕ ਹੈ। ਕਿਉਂ? ਕਿਉਂਕਿ ਬਾਕੀ ਸਭ ਦੇ ਵਿੱਚ ਦੇਖੋ ਦੋ ਜਿਹੜੀਆਂ ਆਪਣੇ ਕੋਲ ਲਾਈਨ ਸੈਗਮੈਂਟ ਨੇ ਉਹ ਡਾਇਗਰਾਮ ਦੇ ਸਕੁਆਇਰ ਦੇ ਅੰਦਰ ਨੇ, ਪਰ ਇਹਦੇ ਵਿੱਚ ਦੋ ਬਾਹਰ ਨੇ, ਇੱਕ ਅੰਦਰ ਹੈ। ਬਾਕੀ ਸਭ ਦੇ ਵਿੱਚ ਇਸ ਤਰ੍ਹਾਂ ਹੈ ਕਿ ਦੋ ਅੰਦਰ ਹੈ ਤੇ ਇੱਕ ਬਾਹਰ ਹੈ, ਠੀਕ ਹੈ ਨਾ। ਯੈਸ ਸਰ हाँ बिल्कुल ठीक है, थर्ड ठीक है। नेक्स्ट देखो, ਸਰ ਥਰਡ ਜੀ ਤੀਜੀ इजी ਸਰ डिफरेंट। ਥਰਡ ਆਪਸ਼ਨ थर्ड ਸਰ ਥਰਡ ਆਪਸ਼ਨ थर्ड क्यों डिफरेंट है? क्योंकि बाकी ਸਰ सब ਕਿਉਂਕਿ ਵੇਵਸ ਉਲਟੀਆਂ ਬਣ ਰਹੀਆਂ ਤੇ ਜਿਹੜਾ ਥਰਡ ਆਪਸ਼ਨ ਉਹ ਡਾਊਨਵਰਡ ਆ हाँ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ V ਸ਼ੇਪ ਨੂੰ ਜੋੜ ਕੇ ਡਾਇਗਰਾਮਸ ਬਣ ਰਹੀਆਂ, ਇਹ ਵੀ ਤੇ ਇਹ ਵੀ, ਬਟ ਇਹਦੇ ਵਿੱਚ ਉਲਟਾ ਹੋ ਗਿਆ ਕੰਮ, ठीक है। तो थर्ड sir. बिल्कुल ठीक है। हाँ जी नेक्स्ट, ਸਰ ਫੋਰਥ ਆਪਸ਼ਨ ਫੋਰਥ ਆਪਸ਼ਨ ਸਰ ਫੋਰਥ ਇਹ ਆਪਸ਼ਨ ਪੰਜਵੀਂ ਹੈ ਜੀ। पंचवी किवें है बई? ਸਰ ਫੋਰਥ ਕਿਉਂਕਿ ਜਿਹੜੇ ਬਾਕੀਆਂ ਦੇ ਡਾਟ ਆ ਉਹ ਉਹਨਾਂ ਦੇ ਨਾ ਜਿਹੜੇ ਦੇ ਉਹਨਾਂ ਕੋਲ ਆ। ਲਾਈਨ ਜਿਹੜੀ ਬਾਹਰ ਨੂੰ ਨਿਕਲੀ ਉਧਰਲੀ ਸਾਈਡ ਆ, ਪਰ ਜਿਹੜੇ ਫੋਰਥ ਆਪਸ਼ਨ ਦੇ ਜਿਹੜੇ ਡਾਟ ਆ ਉਹ ਉੱਪਰ ਵਾਲਾ ਆ। ਬਿਲਕੁਲ ਠੀਕ ਹੈ। ਜਿਹੜਾ ਬਾਕੀਆਂ ਦੇ ਵਿੱਚ ਇਹ ਡਾਟ ਹੈ, ਇਹ ਪਤੰਗ ਜਿਹੇ ਦੀ ਪੂਛ ਦੇ ਕੋਲ ਹੈ, ਹਨਾ, ਯੈਸ ਸਰ ਪਰ ਇਹਦੇ ਵਿੱਚ ਡਿਫਰੈਂਟ ਹੈ। ਤਲਵਿੰਦਰ ਸਮਝ ਆ ਗਈ? ਨੈਕਸਟ ਦੇਖੋ, ਜੀ ਤੀਜੀ ਸਰ ਥਰਡ ਸਰ ਥਰਡ ਸਰ ਥਰਡ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਕਿਉਂਕਿ ਇਹਦੇ ਵਿੱਚ ਜਿਹੜੀਆਂ ਲਾਈਨਸ ਨੇ ਉਹ ਤੁਸੀਂ ਦੇਖੋ 6 ਨੇ, ਬਟ ਇਹਦੇ ਵਿੱਚ ਸਾਡੇ ਕੋਲ 5 ਲਾਈਨਸ ਇੱਥੇ ਆਉਂਦੀਆਂ ਨੇ, ਹਨਾ। ਯੈਸ ਜੀ ਸਰ ਆਂਟੀ ਠੀਕ ਹੈ, ਵੈਰੀ ਗੁੱਡ। ਹਾਂਜੀ ਨੈਕਸਟ ਦੇਖੋ, ਜੀ ਤੀਜੀ ਸਰ ਥਰਡ ਆਪਸ਼ਨ ਕਿਉਂਕਿ ਉਹਦੇ ਵਿੱਚ ਐਂਗਲ ਵੱਡਾ ਆ ਸਾਰਿਆਂ ਤੋਂ। ਹਾਂ ਹਾਂਜੀ sir, ਬਾਕੀ ਸਭ ਦੇ ਵਿੱਚ ਸਰ ਥਰਡ ਆਪਸ਼ਨ ਯੈਸ ਬੱਚੇ, ਬਾਕੀ ਸਭ ਦੇ ਵਿੱਚ ਨਿਊਨ ਕੋਣ ਬਣ ਰਿਹਾ ਹੈ, ਪਰ ਤੀਜੇ ਦੇ ਵਿੱਚ ਸਾਡੇ ਕੋਲ ਆਬਟਿਊਸ ਜਿਹੜਾ ਐਂਗਲ ਹੈ ਅਧਿਕ ਕੋਣ ਬਣ ਰਿਹਾ ਹੈ, ਜਾਂ ਕਹਿ ਲਓ ਕਿ 90 ਡਿਗਰੀ ਦਾ ਐਂਗਲ ਬਣ ਰਿਹਾ ਹੈ ਨਾ। ਠੀਕ ਹੈ, ਜੀ ਹਾਂਜੀ ਥਰਡ ਬਿਲਕੁਲ ਠੀਕ ਹੈ, ਵੈਰੀ ਗੁੱਡ। ਨੈਕਸਟ ਦੇਖੋ, which is the problem figure? ਸਰ ਥਰਡ ਆਪਸ਼ਨ ਸਰ ਥਰਡ ਆਪਸ਼ਨ ਹਾਂਜੀ ਬਾਕੀ ਬੱਚੇ ਵੀ ਦੇਖ ਲੈਣੇ ਕੀ ਕਹਿੰਦੇ ਆ। ਸਰ ਥਰਡ ਆਪਸ਼ਨ ਸਰ ਥਰਡ ਆਪਸ਼ਨ ਓਕੇ ਓਕੇ ਓਕੇ, ਸਰ ਥਰਡ ਆਪਸ਼ਨ ਥਰਡ ਕਿਉਂ ਇਹ ਵੀ ਦੱਸ ਦਿਓ ਕਿਉਂ। ਸਰ ਕਿਉਂਕਿ ਬਾਕੀਆਂ ਦੇ ਵਿੱਚ ਬਾਕੀਆਂ ਦੇ ਵਿੱਚ ਐਰੋਜ਼ ਆਪੋਜ਼ਿਟ ਜਾ ਰਹੇ ਆ, ਪਰ ਇਹਦੇ ਵਿੱਚ ਇੱਕੋ ਹੀ ਐਰੋ ਆਪੋਜ਼ਿਟ ਜਾ ਰਿਹਾ ਹੈ। ਬਾਕੀਆਂ ਦੇ ਵਿੱਚ ਜਿਹੜਾ ਛੋਟੇ ਦੇ ਨਾਲ ਵਾਲਾ ਐਰੋ ਹੈ ਨਾ, ਐਡਜਸੈਂਟ ਐਰੋ ਇਹਨੂੰ ਅਸੀਂ ਬੋਲਦੇ ਆ, ਉਹਦੀ ਡਾਇਰੈਕਸ਼ਨ ਛੋਟੇ ਦੇ ਨਾਲ ਵਾਲੀ ਹੈ। ਜੀ ਹਾਂਜੀ
ਪਰ ਇਹਦੇ ਚ ਨਾ ਤਾਂ ਇੱਧਰ ਰਲਦੀ ਪਈ ਹੈ ਡਾਇਰੈਕਸ਼ਨ, ਨਾ ਹੀ ਇੱਧਰ ਰਲਦੀ ਪਈ, ਮਤਲਬ ਇਹਦੇ ਚ ਡਾਇਰੈਕਸ਼ਨ ਜਿਹੜੀ ਹੈ ਛੋਟੇ ਐਰੋ ਦੀ ਨਾਲ ਵਾਲੇ ਦੇ ਨਾਲ ਨਹੀਂ ਰਲਦੀ ਪਈ। ਥਰਡ ਬਿਲਕੁਲ ਠੀਕ ਹੈ ਆਨਸਰ ਇਹਦਾ। ਹਾਂਜੀ ਹਾਂਜੀ ਨੈਕਸਟ ਪ੍ਰੋਬਲਮ ਫਿਗਰਸ, ਇਹਦੇ ਚੋਂ ਦੱਸੋ ਕਿਹੜੀ ਆਪਣੇ ਕੋਲ ਡਿਫਰੈਂਟ ਹੈ। ਕਿਸੇ ਨੂੰ ਅੱਜ ਦਾ ਟੌਪਿਕ ਯਾਦ ਹੈ? ਅਸੀਂ ਕਿਸ ਟੌਪਿਕ, ਇੱਕ ਕੁਐਸਚਨ ਜਿਹੜੇ ਕਿਸ ਟੌਪਿਕ ਦੇ ਅੰਡਰ ਆਉਂਦੇ ਆ? ਸਟਾਰਟਿੰਗ ਤੁਹਾਨੂੰ ਦੱਸਿਆ ਸੀ, ਯਾਦ ਰੱਖਣਾ। Sir, rotation. नो 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 नो, ਨੌਨ ਵਰਬਲ ਕਲਾਸੀਫਿਕੇਸ਼ਨ। ਇਹ ਸਭ ਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡਾ ਟੌਪਿਕ ਕਿਹੜਾ ਹੋਇਆ ਅੱਜ, ਠੀਕ ਹੈ। ਹੈਡਿੰਗ ਨੋਟ ਕਰ ਲਓ ਇਹਦਾ ਜੇ ਕਿਸੇ ਨੇ ਨਹੀਂ ਕੀਤਾ। ਨੌਨ ਵਰਬਲ ਕਲਾਸੀਫਿਕੇਸ਼ਨ ਹੈ। ਕਲਾਸੀਫਿਕੇਸ਼ਨ ਦਾ ਮਤਲਬ ਹੁੰਦਾ ਜਦੋਂ ਅਸੀਂ ਚੀਜ਼ਾਂ ਨੂੰ ਕੈਟਾਗਰਾਈਜ਼ ਕਰਦੇ ਹਾਂ ਕਿ ਆਹ ਵਾਲੀ ਚੀਜ਼ ਇਹਨਾਂ ਦੇ ਨਾਲ ਆਏਗੀ, ਆਹ ਵਾਲੀ ਚੀਜ਼ ਨਹੀਂ ਆਏਗੀ, ਆਹ ਵਾਲੀ ਡਿਫਰੈਂਟ ਹੈ, ਆਹ ਵਾਲੀ ਇਹਨਾਂ ਦੇ ਨਾਲ ਮੇਲ ਖਾਂਦੀ ਹੈ, ਠੀਕ ਹੈ। ਉਹ ਕਲਾਸੀਫਿਕੇਸ਼ਨ ਹੋ ਗਈ ਆਪਣੇ ਕੋਲ। ਉਹਨੂੰ ਅਸੀਂ ਨੌਨ ਵਰਬਲ ਕਲਾਸੀਫਿਕੇਸ਼ਨ ਕਹਿੰਦੇ ਕਿਉਂਕਿ ਇੱਥੇ ਸਾਡੇ ਕੋਲ ਡਾਇਗਰਾਮਸ ਨੇ ਸਾਰੀਆਂ, ਠੀਕ ਹੈ। ਕਈ ਵਾਰ ਸਾਨੂੰ ਵਰਡਸ ਦਿੱਤੇ ਹੁੰਦੇ ਕਿ ਵਰਡਸ ਹੈਗੇ ਆ, ਇਹਨਾਂ ਵਿੱਚੋਂ ਦੱਸੋ ਕਿਹੜਾ ਵਰਡ ਜਿਹੜਾ ਆਪਣੇ ਕੋਲੋਂ ਬਾਕੀਆਂ ਦੇ ਨਾਲ ਮੇਲ ਨਹੀਂ ਖਾਂਦਾ। ਤਾਂ ਟੌਪਿਕ ਦਾ ਨਾਮ ਕੀ ਹੈ, ਬੋਲੋ ਸਾਰੇ ਇੱਕ ਵਾਰ। ये Non-verbal classification. non-verbal classification यस नॉन वर्बल क्लासिफिकेशन, ठीक है। ਆਪਾਂ Yes, ਕੁਐਸਚਨ sir. ਕਰਨੇ ਆ ਤਾਂ ਟੌਪਿਕ ਹਰ ਵਾਰ ਤੁਹਾਨੂੰ ਯਾਦ ਹੋਣਾ ਚਾਹੀਦਾ ਕਿ ਤੁਹਾਡਾ ਕਿਹੜਾ ਟੌਪਿਕ ਚੱਲ ਰਿਹਾ ਹੈ। ਦੱਸੋ ਵੀ है sir second option sir ਸੈਕਿੰਡ ਕਿਵੇਂ, ਇਹ ਵੀ ਦੱਸੋ। ਸਰ ਕਿਉਂਕਿ ਜੇ ਬਾਕੀਆਂ ਨੂੰ ਅਸੀਂ ਰੋਟੇਟ ਕਰਕੇ ਦੇ ਦੇ ਤਾਂ ਉਹ ਐਸ ਲੱਗਦਾ, ਪਰ ਜਿਹੜਾ ਸੈਕੰਡ ਵਾਲਾ ਹੈ ਉਹ ਐਸ ਨਹੀਂ ਲੱਗਦਾ ਪਿਆ ਰੋਟੇਟ ਕਰਨ ਤੋਂ ਬਾਅਦ। Sir, I think fifth option. ਇਸ ਵਾਲਾ ਕਨਸੈਪਟ ਵੈਸੇ ਠੀਕ ਹੈ। ਹੁਣ ਧਿਆਨ ਦੇ ਨਾਲ ਦੇਖਿਓ, ਅਗਰ ਅਸੀਂ ਜਿਹੜਾ ਵਾਈਟ ਡਾਟ ਹੈ ਇਹਦੇ ਵੱਲੋਂ ਜਾਂਦੇ ਆ ਤਾਂ ਪਹਿਲੇ ਟਰਨ ਜਿਹੜਾ ਕਿਸ ਸਾਈਡ ਨੂੰ ਆ ਗਿਆ, ਆਪਣੇ ਲੈਫਟ ਸਾਈਡ ਨੂੰ। ਅਸੀਂ ਇੱਥੋਂ ਇੱਧਰ ਜਾ ਰਹੇ ਸੀ, ਖੱਬੇ ਮੁੜਨਾ ਪਿਆ ਹੈ जी हाँ ਯੈਸ ਸਰ ਲੈਫਟ ਸਾਈਡ। ਇਹਦੇ ਵਿੱਚ ਅਸੀਂ ਗਏ ਆ ਤਾਂ ਸਾਨੂੰ ਕਿੱਧਰ ਮੁੜਨਾ ਪਿਆ, ਰਾਈਟ ਸਾਈਡ। राइट से तो टर्न ਜਿਹੜੀ ਹੈ ਰਾਈਟ ਆ ਗਈ। ਇਹਦੇ ਵਿੱਚ ਇੱਥੋਂ ਗਏ ਲੈਫਟ ਲੈਫਟ, ਇਹਦੇ ਵਿੱਚ ਇੱਥੋਂ ਗਏ ਆ ਤਾਂ ਇੱਧਰ ਨੂੰ ਮੁੜੇ ਆ ਤਾਂ ਕਿਹੜੀ ਸਾਈਡ ਨੂੰ ਮੁੜੇ ਆ, ਟੂ ਲੈਫਟ ਇਹਦੇ ਵਿੱਚ ਅਗੇਨ ਲੈਫਟ, ਲੈਫਟ ਠੀਕ ਹੈ। ਤਾਂ ਬਿਲਕੁਲ ਠੀਕ ਹੈ, ਸੈਕੰਡ ਆਪਣਾ ਆਨਸਰ ਹੈ, ਠੀਕ ਸੀਗਾ। ਇਹਦੇ ਚ ਟਰਨ ਜਿਹੜੀ ਆ ਉਹ ਰਾਈਟ ਸਾਈਡ ਨੂੰ ਪਹਿਲੀ ਟਰਨ ਇਧਰੋਂ ਪਹਿਲੀ ਤੇ ਆਉਂਦੀ ਹੈ, ਠੀਕ ਹੈ। ਹਾਂਜੀ ਵੈਸੇ ਮੈਂ ਵੀ ਵੀ ਉਹੀ ਕਹਿ- ਬਾਕੀ ਵੀ ਦੇਖ ਸਕਦੇ ਹੋ ਕਿ ਬਾਕੀਆਂ ਦੇ ਵਿੱਚ ਇਹਨੂੰ ਰੋਟੇਟ ਕਰਕੇ ਐਸ ਬਣ ਰਹੀ ਹੈ, ਬਟ ਇਹਦੇ ਚ ਐਸ ਨਹੀਂ ਬਣਦੀ। ਇਹ ਟੂ ਵਰਗੀ ਸ਼ੇਪ ਬਣ ਰਹੀ ਹੈ, ਬਾਕੀਆਂ ਦੇ ਵਿੱਚ ਇਸ ਢੰਗ ਦੀ ਸ਼ੇਪ ਬਣ ਰਹੀ ਹੈ ਸਾਰੀ, ਠੀਕ ਹੈ। ਓਕੇ ਨੈਕਸਟ ਵਨ। Sir, for जिद अब बोलो। sir, fourth fourth. option. fourth option Third option. क्यों ਫਸਟ ਆਪਸ਼ਨ लेफ्ट Sir, फर्स्ट ਕਿਉਂਕਿ ਫੋਰਥ ਆਪਸ਼ਨ ਦੇ ਵਿੱਚ ਨਾ ਸਰ ਦੋਨੋਂ ਲਾਈਨਾਂ ਬਰਾਬਰ ਆ। ਹੁਣ ਸੈਕਿੰਡ, ਹੁਣ ਕੋਈ ਸੈਕਿੰਡ ਵੀ ਕਹਿ ਦੋ ਕਿ ਸੈਕਿੰਡ ਆਪਸ਼ਨ ਵੀ ਹੈਗੀ ਹੈ, ਫਰਸਟ ਵੀ ਹੋਗੀ, ਥਰਡ ਵੀ ਹੋਗੀ, ਫੋਰਥ ਵੀ ਹੋਗੀ। ਹਾਂਜੀ ਐਗਜ਼ੈਕਟ ਦੱਸੋ ਕੀ ਆਣਾ ਚਾਹੀਦਾ। ਸਰ ਫੋਰਥ ਫਰਸਟ, ਫਰਸਟ ਇਜ਼ ਦਾ ਰਾਈਟ ਆਂਸਰ। ਹੁਣ ਕਿਉਂ ਆਏ ਦੱਸੋ। ਸਰ ਫੋਰਥ ਇਹਦੇ ਵਿੱਚ ਜਿਹੜੀ ਗਿਣਤੀ ਹੈ ਉਹ 5 ਹੈ, ਇਹਦੇ ਚ ਗਿਣਤੀ 4 ਹੈ, ਇਹਦੇ 4 ਹੈ, ਇਹਦੇ ਚ तो ਇਹ 2 4 4 ਇਹ ਸਾਡੇ ਕੋਲ ਈਵਨ ਨੰਬਰ ਹੈ। ਜਿਸ ਸੰਖਿਆਵਾਂ ਇਹ ਕੱਲੀ ਹੈ ਜਿਹੜੀ ਕਿ ਸਾਡੇ ਕੋਲ ਔਡ ਨੰਬਰ ਹੈਗਾ ਹੈ, ਔਡ ਨੰਬਰ ਆਫ ਸਟਿਕਸ ਆਪਣੇ ਕੋਲ ਇੱਥੇ ਹੈਗੀ ਹੈ। ਗੱਲ ਸਮਝੇ। जी हाँ Okay, sir. ਬਾਕੀ ਚਾਰੋਂ ਜਗ੍ਹਾ Yes, sir. ਜਿਸ ਜਾਂ ਕਹ ਲੋ ਕਿ ਆਪਣੇ ਕੋਲ ਈਵਨ ਨੰਬਰਸ ਬਣਦੇ ਪਏ। ਹਾਂਜੀ ਨੈਕਸਟ, which is the odd one? what is the odd one out ਇਹਦੇ ਵਿੱਚੋਂ ਕਿਹੜੀ ਹੈ ਜਿਹੜੀ ਕਿ ਬਾਕੀਆਂ ਤੋਂ ਬੱਚੇ ਮਾਈਕ ਆਪਣਾ ਬੰਦ ਕਰ ਲਓ ਅਗਰ ਗੱਲਬਾਤ ਕਰਦੇ ਆ ਤਾਂ। जी पंचमी है ਹਾਂਜੀ ਪੰਜਵੀਂ जी हाँ जी ਕਿਵੇਂ। जी बाकी ਸਾਰਿਆਂ ਚ ਜੀ ਜਿਹੜੇ ਟ੍ਰਾਈਐਂਗਲ ਆ ਜੀ ਉਹਦੀ ਸ਼ੇਪ ਉੱਪਰ ਜੇ ਨੂੰ ਆ ਜੀ ਪੰਜਵੀਂ ਚ ਥੱਲੇ ਨੂੰ ਆ। ਓਕੇ ਇੱਕ ਆਨਸਰ ਆਇਆ ਜੀ ਪੰਜਵੀਂ। ਹੋਰ ਕੋਈ ਬੱਚਾ। Sir, fifth option.
ਸਰ 5th ਆਪਸ਼ਨ। ਬਿਲਕੁਲ ਠੀਕ ਹੈ। 5th ਹੁਣ ਮੈਂ ਦੱਸਦਾ ਕਿਉਂ। ਤੁਸੀਂ ਧਿਆਨ ਦੇ ਨਾਲ ਦੇਖੋ, ਜਿਹੜੀ ਟ੍ਰਾਇੰਗਲ ਹੈ ਉਹ ਸਭ ਤੋਂ ਵੱਡੀ ਰੈਕਟੈਂਗਲ ਦੇ ਵਿੱਚ ਹੈ, ਸਾਰਿਆਂ ਦੇ ਜੀ ਵਿੱਚ, ਹਾਂਜੀ ਸਭ ਦੇ ਵਿੱਚ ਸਿਰਫ ਪੰਜਵੇਂ ਦੇ ਵਿੱਚ ਡਿਫਰੈਂਟ ਹੈ ਹਨਾ। ਔਰ ਇਹ ਵਾਲੀ ਜਿਹੜੀ ਸ਼ੇਪ ਸਰ ਅਸੀਂ ਇਸ ਤਰ੍ਹਾਂ ਹਾਂ ਹਾਂਜੀ ਦੱਸੋ। ਸਰ ਅਸੀਂ ਇਸ ਤਰ੍ਹਾਂ ਸਮਝਿਆ ਸੀ ਕਿ ਇਹਦੇ ਵਿੱਚ ਬਾਕੀਆਂ ਦੇ ਵਿੱਚ ਉਲਟੀ ਪੁਲਟੀ ਜਿਹੀ ਸ਼ੇਪ ਬਣਦੀ ਪਈ, ਪਰ ਇਹਦੇ ਵਿੱਚ ਸਟੇਅਰਸ ਦੀ ਸ਼ੇਪ ਬਣਦੀ ਪਈ ਹੈ। ਨਹੀਂ, ਪਰ ਇਦਾਂ ਵੀ ਹੋ ਸਕਦਾ ਸੀ ਜੇ ਟ੍ਰਾਇੰਗਲ ਨੂੰ ਆਪਾਂ, ਮੈਂ ਤੁਹਾਨੂੰ ਦੱਸਦਾ, 1 ਮਿੰਟ ਬਣਾ ਕੇ, 1 ਮਿੰਟ ਵੇਟ ਕਰੋ। ਏਦਾਂ ਵੀ ਬਣ ਸਕਦੀ ਸੀ, ਠੀਕ ਹੈ ਨਾ। ਤੇਰੇ ਸਹੀ ਨਹੀਂ ਸੀ Yes. ਹੋਣਾ, ਤੇਰੇ ਡਿਫਰੈਂਟ ਨਹੀਂ ਸੀ ਹੋਣਾ। ਕਿਉਂ? ਕਿਉਂਕਿ ਟ੍ਰਾਇੰਗਲ ਸਭ ਤੋਂ ਵੱਡੀ ਟ੍ਰਾਇੰਗਲ ਰੈਕਟੈਂਗਲ ਦੇ ਵਿੱਚ ਹੈ। ਉਸ ਤੋਂ ਬਾਅਦ ਇਹ ਜਿਹੜਾ ਗੁਲਾਈ ਵਾਲਾ ਸਾਡੇ ਕੋਲ ਜਿਵੇਂ ਦਰਵਾਜ਼ਾ ਹੁੰਦਾ ਹੈ, ਇਹ ਉਸ ਤੋਂ ਛੋਟੀ ਰੈਕਟੈਂਗਲ ਦੇ ਵਿੱਚ ਹੈ। ਇਹ ਸਾਰਿਆਂ ਦੇ ਵਿੱਚ ਇਸੇ ਢੰਗ ਦੇ ਨਾਲ ਹੈ, ਤੁਸੀਂ ਦੇਖ ਲਓ, ਇਹਦੇ ਵਿੱਚ ਵੀ ਦੇਖ ਸਕਦੇ ਹੋ, ਇਹਦੇ ਵਿੱਚ ਵੀ ਦੇਖ ਸਕਦੇ ਹੋ, ਇਹਦੇ ਵਿੱਚ ਵੀ ਦੇਖ ਸਕਦੇ ਹੋ। ਔਰ ਜਿਹੜੀ ਇਹ ਥੱਲਿਓਂ ਵੀ ਆਰਕ ਬਣੀ ਹੋਈ ਹੈ, ਉੱਪਰੋਂ ਵੀ ਆਰਕ ਬਣੀ ਹੋਈ ਹੈ, ਇਹ ਸਭ ਤੋਂ ਛੋਟੀ ਰੈਕਟੈਂਗਲ ਜਾਂ ਕਹਿ ਸਕਦੇ ਹੋ ਸਭ ਤੋਂ ਛੋਟੇ ਸਕੁਆਇਰ ਦੇ ਵਿੱਚ ਹੈ। ਸਕੁਆਇਰ ਦੇ ਵਿੱਚ ਇਹ ਸਾਰਿਆਂ 'ਚ ਇਦਾਂ ਹੀ ਹੈ, ਠੀਕ ਹੈ। ਯੈਸ ਸਰ। ਬਟ ਇਸ ਕੇਸ ਦੇ ਵਿੱਚ ਡਿਫਰੈਂਟ ਹੋ ਗਿਆ, ਠੀਕ। ਪੰਜਵਾਂ ਜਿਹੜਾ ਹਾਂਜੀ। ਆਨਸਰ ਆਪਣੇ ਕੋਲ ਬਿਲਕੁਲ ਠੀਕ ਹੈ। ਨੈਕਸਟ ਦੇਖੋ, which is the odd one out, ਇਹਦੇ ਚੋਂ ਕਿਹੜਾ ਡਿਫਰੈਂਟ ਹੈ? ਔਰ ਉਹ ਸਰ ਸੈਕਿੰਡ। ਸੱਚ ਜੀ ਥਰਡ। ਸਰ ਸੈਕਿੰਡ। ਸੈਕਿੰਡ ਸਰ ਉਹਦੇ ਵਿੱਚ ਕੋਈ ਸ਼ੇਡਡ ਪਾਰਟ ਨਹੀਂ ਹੈਗਾ। ਸੈਕਿੰਡ ਔਰ ਥਰਡ ਦੋਨਾਂ ਚੋਂ ਸੈਕਿੰਡ ਦੇ ਵਿੱਚ ਸ਼ੇਡਡ ਪੋਰਸ਼ਨ ਨਹੀਂ ਹੈ, ਇਸ ਕਰਕੇ ਕਹਿ ਰਹੇ ਹੋ। ਸਰ ਹਾਂਜੀ। ਸਰ ਹਾਂਜੀ। ਹੋਰ ਕੁਝ? ਚਲੋ, ਇਹਦੇ ਚ ਵੈਸੇ ਜਿਹੜਾ ਲੌਜੀਕ ਲੱਗਣਾ ਨਾ, ਉਹ ਦੇਖੋ ਕੀ ਹੈ। ਜਿਹੜਾ ਸਭ ਤੋਂ ਬਾਹਰ ਵਾਲੀ ਬਾਉਂਡਰੀ ਦੇ ਵਿੱਚ ਜੋ ਚੀਜ਼ ਹੈ ਉਹੀ ਸੈਂਟਰ ਦੇ ਵਿੱਚ ਹੈ। ਇਹਦੇ ਵਿੱਚ ਵੀ ਸਭ ਤੋਂ ਬਾਹਰ ਸਾਫ਼ ਹੈ, ਸੈਂਟਰ ਦੇ ਵਿੱਚ ਵੀ ਕਲੀਨ ਹੈ। ਇਹਦੇ ਵਿੱਚ ਸਭ ਤੋਂ ਬਾਹਰ ਡਾਰਕ ਹੈ, ਸੈਂਟਰ ਦੇ ਵਿੱਚ ਵੀ ਡਾਰਕ ਹੈ। ਇਹਦੇ ਵਿੱਚ ਸਭ ਤੋਂ ਬਾਹਰ ਵਾਈਟ ਹੈ ਪਿਓਰ, ਅੰਦਰ ਵੀ ਵਾਈਟ ਹੈ। ਇਹਦੇ ਵਿੱਚ ਸਭ ਤੋਂ ਬਾਹਰ ਸ਼ੇਡਡ ਹੈ ਬਲੈਕ, ਅੰਦਰ ਵੀ ਬਲੈਕ ਹੈ। ਬਟ ਇਹਦੇ ਚ ਇਦਾਂ ਨਹੀਂ ਹੈ ਥਰਡ ਦੇ ਵਿੱਚ। ਜੀ ਹਾਂਜੀ ਯੈਸ ਸਰ। ਥਰਡ ਇਜ਼ ऑड वन। ਜੀ ਠੀਕ। ठीक, डिफरेंस समझ आ गया? ਯੈਸ ਸਰ। ਹਾਂਜੀ नेक्स्ट देखो, which is the odd one? ਸਰ ਥਰਡ। थर्ड ऑड वन है, क्यों? ਸਰ ਕਿਉਂਕਿ ਜਿਹੜੇ ਕਾਲੇ ਕਾਲੇ ਉਹ ਸਾਰਿਆਂ ਦੇ ਬਾਹਰ ਆ, ਪਰ ਥਰਡ ਵਿੱਚ ਅੰਦਰ ਆ। नहीं, ਇਹਦੇ ਵਿੱਚ 5th ਦੇ ਵਿੱਚ ਵੀ ਤਾਂ ਅੰਦਰ ਹੀ ਹੈ। ਵੀ ਦੱਸਦੀ ਆ ਜੀ ਸਰ ਫੋਰਥ ਆ ਸਭ ਤੋਂ ਡਿਫਰੈਂਟ। ਕਿਵੇਂ? ਸਰ ਕਿਉਂਕਿ ਬਾਕੀ ਜਿਹੜੇ ਕੁਆਡਰੀਲੇਟਰਲਸ ਆ ਉਹ ਜਿਹੜੇ ਆ ਮਤਲਬ ਕਿ ਸਰ ਦੋ ਦੋ ਕਰਕੇ ਸੇਮ ਆ, ਪਰ ਇਹਦੇ ਵਿੱਚ ਉਹ ਹੈ ਨੀਗਾ। ਦੇਖੋ ਮੈਂ ਦੱਸਦਾ ਇਹਦੇ ਵਿੱਚ ਕੀ ਡਿਫਰੈਂਸ ਹੈ। ਜੇ ਤੁਸੀਂ ਫਰਸਟ ਨੂੰ ਰੋਟੇਟ ਕਰੋ ਤਾਂ ਫੋਰਥ ਬਣ ਜਾਂਦਾ ਹੈ। ਬਣੇਗਾ ਕਿ ਨਹੀਂ, ਚੈੱਕ ਕਰੋ। ਹਾਂਜੀ ਸਰ। ਜੇ ਤੁਸੀਂ ਥਰਡ ਨੂੰ ਰੋਟੇਟ ਕਰੋ ਤਾਂ ਸਾਡੇ ਕੋਲ 5th ਬਣ ਜਾਂਦਾ ਹੈ। ਜੀ ਦੂਸਰੀ। ਪੇਅਰਿੰਗ ਹੋ ਗਈ ਹੈ ਨਾ। ਸਰ ਹਾਂਜੀ। ਬਟ ਇਹ ਬਿਲਕੁਲ ਡਿਫਰੈਂਟ ਹੈ। ਇਹ ਕਿਸੇ ਦੇ ਨਾਲ ਨਹੀਂ ਬਣ ਰਹੀ, ਇਹਦੀ ਪੇਅਰਿੰਗ ਕਿਸੇ ਨਾਲ ਨਹੀਂ ਹੋ ਰਹੀ, ਠੀਕ। ਜੀ ਹਾਂਜੀ ਹਾਂਜੀ ਸਰ। ਯੈਸ ਹਾਂਜੀ, ਨੈਕਸਟ ਦੇਖੋ। Which is the odd one out? जी फर्स्ट। ਸਰ ਫਰਸਟ। ਸਰ ਫਰਸਟ। ਫਰਸਟ ਕਿਵੇਂ? ਸਰ ਕਿਉਂਕਿ ਬਾਕੀ ਸਾਰਿਆਂ ਦੇ ਵਿੱਚ ਬਲੈਕ ਕਲਰ ਜ਼ਿਆਦਾ ਹੈ। ਸਰ ਪੇਅਰਿੰਗ ਦੇ ਹਿਸਾਬ ਨਾਲ ਬਾਕੀ ਸਾਰਿਆਂ ਦੇ ਵਿੱਚ ਸ਼ੇਡਡ ਪੋਰਸ਼ਨ ਹੈਗਾ, ਤੇ ਉਹਦੇ ਵਿੱਚ ਕੱਲੀ ਡਿਫਰੈਂਟ ਆ ਕਿਉਂਕਿ ਉਹਦੇ ਵਿੱਚ 1 ਆ। ਹਾਂ ਠੀਕ ਹੈ। ਹੁਣ ਜਿੱਦਾਂ ਸੈਕਿੰਡ ਨੂੰ ਅਗਰ ਅਸੀਂ ਰੋਟੇਟ ਕਰੀਏ ਤਾਂ ਆਪਣੇ ਕੋਲ 7th ਬਣ ਜਾਏਗਾ। ਜੀ ਹਾਂਜੀ ਅਗਰ ਅਸੀਂ 5th ਨੂੰ ਰੋਟੇਟ ਕਰਦੇ ਹਾਂ ਤਾਂ ਆਪਣੇ ਕੋਲ 6 ਬਣ ਜਾਂਦਾ ਹੈ, ਠੀਕ ਹੈ। ਇਸ ਤੋਂ ਬਾਅਦ ਅਗਰ ਅਸੀਂ
ਥਰਡ ਨੂੰ ਰੋਟੇਟ ਕਰਦੇ ਆ ਤਾਂ ਆਪਣੇ ਕੋਲ ਫੋਰਥ ਬਣ ਜਾਂਦਾ। ਸਭ ਦੀ ਪੇਅਰਿੰਗ ਹੋ ਗਈ। ਯੈਸ ਸਰ। ਇਹ ਜਿਹੜਾ ਇਕੱਲਾ ਹੀ ਬਚ ਗਿਆ, ਇਹਦੀ ਕਿਸੇ ਨਾਲ ਪੇਅਰਿੰਗ ਨਹੀਂ ਹੋਈ, तो ਇਹ ਸਾਡੇ ਕੋਲ ਬਿਲਕੁਲ ਠੀਕ ਹੈ ਇਹਦਾ ਆਨਸਰ। the next one, which is the odd one out? Sir, fifth. ਸਰ 7th। ਸਰ ਸੈਕੰਡ। ਸਰ 7th। ਦੇਖ ਲੈਣੇ ਆ ਬਾਕੀਆਂ ਦੇ ਆਨਸਰਸ ਵੀ ਆਉਂਦੇ। ਸਰ ਸੈਕੰਡ ਆਪਸ਼ਨ। ਹੁਣ ਇਹਦੇ ਵਿੱਚ ਧਿਆਨ ਦੇ ਨਾਲ ਦੇਖੋ, ਜਿਹੜਾ ਸਟਾਰ ਹੈ, ਵਾਈਟ ਸਟਾਰ ਹੈ, ਉਹ ਕੁਆਡਰੀਲੇਟਰਲ ਦੇ ਵਿੱਚ ਹੈ। ਯੈਸ ਸਰ। ਚਤੁਰਭੁਜ ਦੇ ਵਿੱਚ ਜਿਹੜੀਆਂ ਚਾਰ ਭੁਜਾਵਾਂ ਹੁੰਦੀਆਂ ਨੇ, ਹਨਾ। ਜਿਹੜਾ ਬਲੈਕ ਸਟਾਰ ਹੈ ਉਹ ਹੈਗਾ ਆਪਣੇ ਕੋਲ ਹੈਗਜ਼ਾਗਨ ਦੇ ਵਿੱਚ, 6 ਭੁਜੀ ਦੇ ਵਿੱਚ, ਜਿਹਦੇ 6 ਭੁਜਾਵਾਂ ਨੇ ਆਪਣੇ ਕੋਲ, 1 2 3 4 5 ਤੇ 6, ਠੀਕ ਹੈ। ਇੱਥੇ ਭੁਜਾਵਾਂ 1 2 3 4। तो ਇਹਦੇ ਵਿੱਚ ਵੀ ਜਿਹੜਾ ਇਹਦੇ ਵਿੱਚ ਬਲੈਕ ਸਟਾਰ ਜਿਹੜਾ ਹੈ ਉਹ ਚਤੁਰਭੁਜ ਦੇ ਵਿੱਚ ਹੋ ਗਿਆ। ਇੱਥੇ ਬਲੈਕ ਸਟਾਰ ਆਪਣੇ ਕੋਲ 6 ਭੁਜਾਵਾਂ 'ਚ ਹੋ ਗਿਆ, 6 ਭੁਜੀ ਦੇ ਵਿੱਚ ਹੋ ਗਿਆ ਹੈਗਜ਼ਾਗਨ ਦੇ ਵਿੱਚ। ਇੱਥੇ ਬਲੈਕ ਸਟਾਰ ਆਪਣੇ ਕੋਲ 6 ਭੁਜਾਵਾਂ ਵਾਲੇ 'ਚ ਹੋ ਗਿਆ ਹੈਗਜ਼ਾਗਨ ਦੇ ਵਿੱਚ। ਔਰ ਇੱਥੇ ਆਪਣੇ ਕੋਲ ਜਿਹੜਾ ਵਾਈਟ ਸਟਾਰ ਹੈ ਉਹ ਹੋ ਗਿਆ ਕੁਆਡਰੀਲੇਟਰਲ ਦੇ ਵਿੱਚ, 1 2 3 4, ਚਲੋ ਐਵੇਂ ਲਿਖ ਲੈਂਦੇ। ਇੱਥੇ ਜਿਹੜਾ ਵਾਈਟ ਸਟਾਰ ਹੈ ਆਪਣੇ ਕੋਲ ਹੋ ਗਿਆ ਕੁਆਡਰੀਲੇਟਰਲ ਦੇ ਵਿੱਚ। ਹੁਣ ਦੇਖੋ ਕਿਹੜੇ 'ਚ ਡਿਫਰੈਂਟ ਹੈ। ਕੀ ਸਾਰੇ ਸਟਾਰ ਜਿਹੜੇ ਵਾਈਟ ਸਟਾਰ ਹੈ ਉਹ ਕੁਆਡਰੀਲੇਟਰਲ ਦੇ ਵਿੱਚ ਹੈਗੇ? ਕੁਆਡਰੀਲੇਟਰਲਸ ਹੈਗੇ ਆ ਸਾਰੇ ਸਟਾਰ, ਬਿਲਕੁਲ ਠੀਕ ਹੈ ਨਾ। ਸਰ ਹਾਂਜੀ। ਫਰਸਟ ਦੇਖੋ, ਇਹ ਚਤੁਰਭੁਜ ਹੈ, 7th ਵੀ ਚਤੁਰਭੁਜ ਹੈ, 6th ਵੀ ਆਪਣੇ ਕੋਲ ਕੁਆਡਰੀਲੇਟਰਲ ਹੈ, ਚਤੁਰਭੁਜ ਹੈ। ਹੁਣ ਆਪਾਂ ਆ ਜਾਈਏ ਬਲੈਕ ਸਟਾਰ ਦੇ ਵਿੱਚ। ਬਲੈਕ ਸਟਾਰ ਸੈਕਿੰਡ ਦੇ ਵਿੱਚ 6 ਭੁਜੀ ਦੇ ਵਿੱਚ ਹੈ ਹੈਗਜ਼ਾਗਨ ਦੇ ਵਿੱਚ, ਪੰਜਵੇਂ ਦੇ ਵਿੱਚ ਵੀ 6 ਭੁਜੀ 'ਚ ਹੈ, ਤੇ ਚੌਥੇ ਦੇ ਵਿੱਚ ਵੀ 6 ਭੁਜੀ ਦੇ ਵਿੱਚ ਹੈ। ਬਟ ਤੀਜੇ ਦੇ ਵਿੱਚ ਕੀ ਹੋ ਗਿਆ? ਇਹ ਬਲੈਕ ਸਟਾਰ ਚਤੁਰਭੁਜ, ਕੁਆਡਰੀਲੇਟਰਲ ਦੇ ਵਿੱਚ। ਕੁਆਡਰੀਲੇਟਰਲ। ਹਾਂ, ਕੁਆਡਰੀਲੇਟਰਲ ਦੇ ਵਿੱਚ ਹੋ ਗਿਆ, ਜਿਹਦੇ ਕਰਕੇ ਸਾਡੇ ਕੋਲ ਡਿਫਰੈਂਟ ਬਣਾ। ਠੀਕ ਹੈ ਬੱਚੇ? ਜੀ ਹਾਂਜੀ। ਓਕੇ ਸਰ। ਗੁੱਡ। ਹੁਣ ਇੱਕ ਵਾਰ ਸਾਰੇ ਦੁਬਾਰਾ ਦੇਖ ਲਓ ਕਿਹੜੇ ਕਿਹੜੇ ਆਪਾਂ ਕੁਐਸਚਨਸ ਕੀਤੇ ਨੇ। 2 3 4 5 6 7 8 9 10 11 12 13 14 16 17 18 21 22 23 24 25 26 27 28 29 29 ਕੁਐਸਚਨਸ ਆਪਾਂ ਅੱਜ ਦੇ ਲੈਸਨ ਦੇ ਵਿੱਚ ਕੀਤੇ ਆ। ਤੇ ਕੁਝ ਕੁਐਸਚਨ ਤੁਹਾਨੂੰ ਮੈਂ ਭੇਜਾਂਗਾ ਗਰੁੱਪ ਦੇ ਵਿੱਚ, ਪਾ ਦਾਂਗਾ, ਜਿਹੜੇ ਤੁਸੀਂ ਕਰਨੇ ਆ, ਠੀਕ ਹੈ। ਉਹਨਾਂ ਦੇ ਫਿਰ ਆਨਸਰਸ ਮੈਂ ਸ਼ਾਮ ਨੂੰ ਪੋਸਟ ਕਰ ਦਾਂਗਾ। ਤੁਸੀਂ ਆਪਣੇ ਕੋਲ ਹੀ ਕਰਕੇ ਰੱਖਣੇ ਆ, ਗਰੁੱਪ 'ਚ ਨਾ ਪਾਇਓ, ਠੀਕ ਹੈ। ਗਰੁੱਪ 'ਚ ਫਿਰ ਬਹੁਤ ਜ਼ਿਆਦਾ ਮੈਸੇजेस ਹੋ ਜਾਂਦੇ ਆ। ਆਨਸਰਸ ਨੋਟ ਕਰ ਲੈਣੇ ਆਪਣੇ ਕੋਲ, ਫਿਰ ਮੈਂ ਤੁਹਾਨੂੰ ਆਨਸਰਸ ਸ਼ਾਮ ਨੂੰ ਉਹਦੇ ਪਾ ਦਿਆਂਗਾ, ਤੇ ਫਿਰ ਤੁਸੀਂ ਆਪਣੇ ਆਨਸਰ ਮੈਚ ਕਰਕੇ ਦੇਖ ਲੈਣੇ ਕਿ ਕਿਹਦੇ ਸਹੀ ਗਏ ਆ ਤੇ ਕਿੰਨੇ ਗਲਤ ਗਏ ਆ, ਠੀਕ ਹੈ। ਯੈਸ ਸਰ। ਫਿਰ ਜੋ ਕੋਈ ਡਾਊਟ ਰਹਿ ਜਾਂਦੀ ਹੈ ਤਾਂ ਫਿਰ ਉਹ ਨੈਕਸਟ ਕਲਾਸ ਦੇ ਵਿੱਚ ਆਪਾਂ ਕਲੀਅਰ ਕਰ ਲਾਂਗੇ। ਹਾਂਜੀ ਬੱਚੇ, ਕਿਸੇ ਨੂੰ ਕੋਈ ਸਮੱਸਿਆ ਸਮਝ ਆ ਗਿਆ? ਸਾਰਿਆਂ ਨੂੰ ਕੋਈ ਡਾਊਟ ਤਾਂ ਨਹੀਂ ਹੈ ਕਿਤੇ? ਨੋ ਸਰ। ਨੋ ਸਰ। ਨੋ ਸਰ। ਨੋ। ਠੀਕ ਹੈ। No, sir.